वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਤਜਿਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 96। ਲੇਖਕ ਸਤਬੀਰ ਸਿੰਘ। ਭਾਗ 9ਵਾਂ। ਪੂਰਬ ਬਿਆਨਾ। ਭੱਟ ਵਹੀ ਯਾਦੋ ਬੰਸੀਆਂ ਅਨੁਸਾਰ ਗੁਰੂ ਤੇਗ ਬਹਾਦਰ ਜੀ 17 ਦਸੰਬਰ 1665 ਈਸਵੀ ਨੂੰ ਪੂਰਬ ਵੱਲ ਚੱਲ ਪਏ। ਇਸ ਹਿਸਾਬ ਨਾਲ ਦਿੱਲੀ ਵਿੱਚ ਗੁਰੂ ਜੀ ਤਕਰੀਬਨ 1 ਮਹੀਨਾ ਅਤੇ 6 ਕੁ ਦਿਨ ਹੀ ਰਹੇ। ਦਿੱਲੀ ਤੋਂ ਆਪ ਜੀ ਮਥੁਰਾ ਸ਼ਹਿਰ ਕੰਸ ਟਿੱਲੇ ਪਾਸ ਜਾ ਬਿਰਾਜੇ। ਉੱਥੇ ਮੰਜੀ ਸਾਹਿਬ ਬਣੀ ਹੋਈ ਹੈ। ਉੱਥੋਂ ਹੀ ਬ੍ਰਿੰਦਾਵਨ ਅਤੇ ਗੋਕਲ ਗਏ। ਜਮਨਾ ਪਾਰ ਬਿਸਾਂਤ ਘਾਟ ਵੀ ਆਪ ਜੀ ਨੇ ਚਰਨ ਪਾਈ। 3 ਦਿਨ ਮਥੁਰਾ ਟਿਕੇ ਅਤੇ ਫਿਰ ਆਗਰੇ ਪੁੱਜੇ। ਆਗਰਾ ਮਾਈ ਭਾਗੋ ਦੇ ਅਸਥਾਨ, ਜਿਸ ਨੂੰ ਹੁਣ ਮਾਈ ਥਾਨ ਭਾਵ ਮਾਈ ਦਾ ਟਿਕਾਣਾ ਕਹਿੰਦੇ ਹਨ, ਪੁੱਜੇ। ਮਾਈ ਨੇ ਚਿਰਾਂ ਦੀ ਸਿੱਕ ਲਗਾਈ ਹੋਈ ਸੀ ਕਿ ਕਦ ਗੁਰੂ ਜੀ ਆਉਣ ਅਤੇ ਹੱਥੀਂ ਕੱਤਿਆ ਖੱਦਰ ਦਾ ਥਾਨ ਸਵੀਕਾਰ ਕਰਕੇ ਉਸ ਦੇ ਮਨ ਦੀਆਂ ਸਦਰਾਂ ਪੂਰੀਆਂ ਕਰਨ। ਬਿਰਧ ਹੋਣ ਦੇ ਬਾਵਜੂਦ ਉਸਨੇ ਹੱਥੀਂ ਸੇਵਾ ਕੀਤੀ ਅਤੇ ਸਦਕੇ ਹੁੰਦੀ ਰਹੀ। ਗੁਰੂ ਜੀ ਜਦ ਵੀ ਅੱਗੇ ਜਾਣ ਦਾ ਨਾਂ ਲੈਣ, ਉਹ ਚਰਨ ਪਕੜ ਲੈਂਦੀ। 1 ਮਹੀਨਾ 2 ਦਿਨ ਗੁਰੂ ਜੀ ਨੂੰ ਉਸਦੇ ਪਿਆਰ ਨੇ ਰੋਕੀ ਰੱਖਿਆ। ਆਗਰੇ ਹੀ ਇੱਕ ਸੱਜਣ ਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਸੰਨਿਆਸੀ ਹੋਣ ਲੱਗਾ ਹੈ। ਮਹਾਰਾਜ ਨੇ ਪੁੱਛਿਆ ਕਿ ਉਹ ਟੱਬਰ ਵਾਲਾ ਹੈ, ਤਾਂ ਉਸ ਦੱਸਿਆ ਕਿ ਉਹ 3 ਬੱਚਿਆਂ ਦਾ ਬਾਪ ਹੈ, ਪਤਨੀ ਵੀ ਹੈ। ਮਹਾਰਾਜ ਦਾ ਅਗਲਾ ਸਵਾਲ ਸੀ ਕਿ ਫਿਰ ਉਹ ਸੰਨਿਆਸ ਕਿਉਂ ਧਾਰਨ ਕਰਨਾ ਚਾਹੁੰਦਾ ਹੈ। ਉਸ ਕਿਹਾ, ਗ੍ਰਹਿਸਥ ਦੇ ਬੰਧਨ ਬਹੁਤ ਹਨ, ਉਹ ਬੰਧਨ ਤੋੜ ਵਾਹਿਗੁਰੂ ਦਾ ਦੀਦਾਰ ਚਾਹੁੰਦਾ ਹੈ। ਗੁਰੂ ਜੀ ਨੇ ਫਰਮਾਇਆ, ਇਹ ਸੋਚ ਸ਼ੁੱਧ ਨਹੀਂ। ਵਾਹਿਗੁਰੂ ਨੇ ਜੋ ਤੈਨੂੰ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਛੱਡ ਭੱਜਣਾ ਮਾਲਕ ਦੇ ਹੁਕਮ ਵਿਰੁੱਧ ਜਾਣਾ ਹੈ। ਕਿਰਤ ਕਰਨੀ, ਘਰ ਗ੍ਰਹਿਸਥ ਚਲਾਏ ਰੱਖਣਾ, ਨਾਮ ਜਪਣਾ ਅਤੇ ਵੰਡ ਛਕਣਾ ਹੀ ਮਾਲਕ ਨੂੰ ਖੁਸ਼ ਕਰਨ ਦਾ ਰਾਹ ਹੈ। ਜਦ ਤੂੰ ਆਪਣੀ ਜਾਤ ਦੇ ਸੁੱਖ ਲਈ ਘਰ ਤਜੇਂਗਾ ਤਾਂ ਮਾਲਕ ਖੁਸ਼ ਨਹੀਂ ਹੋਣ ਲੱਗਾ। ਸਿੱਖੀ ਦਾ ਮੂਲ ਸੇਵਾ ਹੈ ਅਤੇ ਟੱਬਰ ਨੂੰ ਪਾਲਣਾ ਵੀ ਸੇਵਾ ਦਾ ਹੀ ਇੱਕ ਰੂਪ ਹੈ। ਆਗਰਾ ਤੋਂ ਨਗਰਾਂ ਨੂੰ ਡਾਂਗਰਾਂ ਤੇ ਪਾਉਂਦੇ ਇਟਾਵਾ ਪੁੱਜੇ। ਆਪ ਜੀ ਨੇ ਟਿਕਾਣਾ ਜਮਨਾ ਕਿਨਾਰੇ ਹੀ ਰੱਖਿਆ, ਪਰ ਸੰਗਤਾਂ ਬੇਨਤੀ ਕਰ ਸ਼ਹਿਰ ਲੈ ਆਈਆਂ। ਹੁਣ ਦੋਵੇਂ ਥਾਵੇਂ ਗੁਰੂ ਅਸਥਾਨ ਬਣੇ ਹੋਏ ਹਨ। ਇਟਾਵੇ ਤੋਂ ਕਾਨਪੁਰ ਗੰਗਾ ਕਿਨਾਰੇ ਪੁੱਜੇ। ਸ਼ਹਿਰ ਨੂੰ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਇਆ। ਜਿੱਥੇ ਹੁਣ ਗੁਰਦੁਆਰਾ 9ਵੀਂ ਪਾਤਸ਼ਾਹੀ ਬਣਿਆ ਹੋਇਆ ਹੈ, ਉੱਥੇ ਨੇੜੇ ਹੀ ਪਹਿਲਾਂ ਗੰਗਾ ਵਹਿੰਦੀ ਸੀ। ਸੰਗਤਾਂ ਨੇ ਬਹੁਤ ਹੀ ਆਦਰ ਦਿੱਤਾ। ਆਪ ਜੀ ਨੇ ਵੀ ਨਗਰ ਵਾਸੀਆਂ ਤੇ ਬਖਸ਼ਿਸ਼ਾਂ ਕੀਤੀਆਂ। ਇੱਥੋਂ ਹੀ ਆਪ ਜੀ ਬਿਠੂਰ ਗਏ ਜਾਪਦੇ ਹਨ, ਕਿਉਂਕਿ ਪੂਰਬ ਤੋਂ ਮੁੜਨ ਵੇਲੇ ਆਪ ਜੀ ਲਖਨਊ ਦੇ ਰਾਹ ਬਰੇਲੀ ਹਰਿਦੁਆਰ ਹੁੰਦੇ ਹੋਏ ਪੰਜਾਬ ਪੁੱਜੇ ਸਨ। ਕਾਨਪੁਰ ਤੋਂ ਫਤਿਹਪੁਰ ਹੁੰਦੇ ਹੋਏ ਆਪ ਜੀ ਕੜਾ ਮਾਣਕਪੁਰ ਆਏ। ਇਸ ਦਾ ਪਹਿਲਾ ਨਾਂ ਕਾਲੇਸ਼ਵਰ ਦਾ ਮੰਦਰ ਹੋਣ ਕਾਰਨ ਕਾਲਾ ਨਗਰ ਸੀ। ਉੱਥੇ ਇੱਕ ਜੋਗੀ ਮਲੂਕ ਦਾਸ ਨਾਂ ਦਾ ਰਹਿੰਦਾ ਸੀ। ਉਹ ਵੈਸ਼ਨੋ ਸੀ ਅਤੇ ਜੀਵਨ ਭਰਮ ਵਸ ਹੀ ਜਾਇਆ ਕਰ ਰਿਹਾ ਸੀ। ਸਾਰੇ ਦਰਸ਼ਨਾਂ ਨੂੰ ਆਏ, ਪਰ ਉਹ ਨਾ ਆਇਆ ਅਤੇ ਸੇਵਕਾਂ ਨੂੰ ਇਹ ਕਹਿ ਦਿੱਤਾ, ਹਮੇ ਵੈਸਨੋ ਵਿਵਹਾਰ ਗੁਰ ਕਰੇ ਮਾਸ ਆਹਾਰ। ਪਰ ਜਦ ਉਹ ਠਾਕਰਾਂ ਨੂੰ ਭੋਗ ਲਗਾਉਣ ਲਈ ਵੈਸ਼ਨੋ ਭੋਗ ਲੈ ਗਿਆ ਤਾਂ ਹਰ ਚੀਜ਼ ਵਿੱਚੋਂ ਹੀ ਮਾਸ ਨਜ਼ਰ ਨਹੀਂ ਆਇਆ। ਮਹਿਮਾ ਪ੍ਰਕਾਸ਼ ਦੇ ਲਫ਼ਜ਼ਾਂ ਵਿੱਚ, ਦਾਲ ਮਾਹ ਮਾਸ ਤਿੰਨ ਦੇਖਾ, ਭਾਂਤ ਮਾਹ ਪੰਛੀ ਪਰ ਪੇਖਾ। ਇਹ ਦੇਖ ਸੋਚਣ ਲੱਗਾ ਕਿ ਖਾਣ ਨਾ ਖਾਣ ਦਾ ਸੰਬੰਧ ਆਤਮਾ ਨਾਲ ਨਹੀਂ ਹੈ, ਇਹ ਵਾਧੂ ਭਰਮ ਭੁਲੇਖੇ ਹਨ। ਬਿਨ ਤਤ ਵਿਚਾਰ ਨਹੀਂ ਮਿਟੇ ਉਪਾਦਾ। ਗੁਰੂ ਜੀ ਨੇ ਆਪਣੀ ਦ੍ਰਿਸ਼ਟੀ ਕਰਕੇ ਉਸ ਦੀ ਸ਼ੰਕਾ ਨਿਵਰਤ ਕੀਤੀ। ਜਦ ਉਹ ਦਰਸ਼ਨਾਂ ਨੂੰ ਆਇਆ ਤਾਂ ਆਦਰ ਨਾਲ ਉਸ ਨੂੰ ਪਾਸ ਬੁਲਾਇਆ। ਉਸ ਚਰਨ ਪਕੜ ਇਹ ਦੋਹਾ ਪੜ੍ਹਿਆ, ਮਲੂਕਾ ਪਾਪੀ पेट को भगत न जानी तो ही, भगती लिखी थी अवर ने प्रभ धोखे दई मोहे। महाराज ने उसे वक्त यही फरमाया, सुन मलूक हर के भगत, नहीं राखो मन द्रोही, भगत लिखी थी अवर को कर किरपा दई तो ही। फिर उस दे डेरे भी चरण पाए। उसने जद सदा दर्शन बने रहन की बेनती की तो आप जी ने गुरबाणी का गुटका दिता ਅਤੇ फरमाया, पाठ नाल दीदार होणगे ਅਤੇ सिमरन करन नाल शांति प्राप्त रहेगी। मलूक दास इन्ना प्रभावित होया कि जद उस दे सेवकां ने पूछया कि गुरु जी पूर्व वाल क्यों जा रहे हैं ਤਾਂ उस बहुत सोहना उत्तर दिता कि मेरे वर्गे अटकियां नूं टोरन लई ਅਤੇ जुड़ियां दी तृप्ति करन लई। आप जी ने अपना टिकाणा अहियापुर महल्ले विच कीता, जिथे हुण गुरुद्वारा पक्की संगत बनिया होया है। 15 दिन प्रयाग निवास कीता। लोकां नूं वहिमां रस्मां भरमां ਅਤੇ ਕੋਝੀਆਂ ਰੀਤਾਂ ਤੋਂ ਬਚਾਇਆ। ਸੰਗਤਾਂ ਨੂੰ ਰੋਜ਼ ਉਪਦੇਸ਼ ਦਿੰਦੇ ਕਿ ਸਭ ਤੋਂ ਸ੍ਰੇਸ਼ਟ ਤੀਰਥ ਸਾਧ ਸੰਗਤ ਹੈ।
ਪ੍ਰਭੂ ਨੂੰ ਹਿਰਦੇ ਵਿੱਚ ਪ੍ਰਗਟ ਕਰਨਾ ਹੀ ਸਰਸਵਤੀ ਨੂੰ ਪ੍ਰਗਟ ਕਰਨਾ ਹੈ ਅਤੇ ਉਸ ਪ੍ਰਭੂ ਨਾਲ ਸਦਾ ਮਿਲਾਪ ਹੀ ਸੰਗਮ ਹੈ। ਬਚਿੱਤਰ ਨਾਟਕ ਦੇ ਕਥਨ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉੱਥੇ ਹੀ ਹੋਇਆ। ਭਾਵ ਆਉਣਾ ਉੱਥੇ ਪ੍ਰਯਾਗ ਹੋਇਆ ਅਤੇ ਜਨਮ ਪਟਨਾ ਸਾਹਿਬ। ਗੁਰੂ ਤੇਗ ਬਹਾਦਰ ਜੀ ਦੀ ਸ਼ਾਦੀ ਹੋਇਆਂ 27 ਸਾਲ ਹੋ ਗਏ ਸਨ। ਇਹ ਅਦੁੱਤੀ ਜੋੜਾ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਕਿਸੇ ਮਹਾਨ ਆਤਮਾ ਨੂੰ ਜਨਮ ਦੇਣ ਦੀ ਪ੍ਰਾਰਥਨਾ ਕਰ ਰਿਹਾ ਸੀ। ਬਚਿੱਤਰ ਨਾਟਕ ਦੇ ਸ਼ਬਦਾਂ ਵਿੱਚ ਮਾਤ ਪਿਤਾ ਨੇ ਨਿਰੰਤਰ ਵਾਹਿਗੁਰੂ ਜੀ ਨੂੰ ਯਾਦ ਕੀਤਾ। ਵਾਹਿਗੁਰੂ ਪ੍ਰਸੰਨ ਹੋਏ। ਉਧਰ ਵਾਹਿਗੁਰੂ ਨਾਲ ਜੁੜੇ ਮੈਨੂੰ ਹੁਕਮ ਹੋਇਆ ਕਿ ਸੰਸਾਰ ਵਿੱਚ ਜਨਮ ਲਵਾਂ ਅਤੇ ਮੇਰਾ ਪ੍ਰਕਾਸ਼ ਗੁਰੂ ਤੇਗ ਬਹਾਦਰ ਜੀ ਦੇ ਘਰ ਤ੍ਰਿਬੈਣੀ ਦੇ ਅਸਥਾਨ ਤੇ ਹੋਇਆ। ਜਰਮਨੀ ਦੇ ਫਿਲਾਸਫਰ ਨੀਟਸ਼ੇ ਨੇ ਇੱਕ ਵਾਰੀ ਕਿਹਾ ਸੀ ਕਿ ਵਿਆਹ ਉਹ ਹੀ ਸਫਲ ਗਿਣਨਾ ਚਾਹੀਦਾ ਹੈ ਜਿਸ ਦੇ ਸੰਬੰਧ ਤੋਂ ਮਹਾਨ ਪੁਰਸ਼ ਪੈਦਾ ਹੋਵੇ। ਇਸ ਤਪੱਸਿਆ ਦੇ ਫਲਸਰੂਪ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਪੁਰਸ਼ ਦਾ ਪ੍ਰਕਾਸ਼ ਹੋਇਆ। ਗੁਰੂ ਤੇਗ ਬਹਾਦਰ ਜੀ ਨਿਰਾਲੇ ਪੂਰਨੇ ਪਾ ਰਹੇ ਸਨ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਕਿ ਮਾਤਾ ਨਾਨਕੀ ਜੀ ਨੇ ਉੱਥੇ ਕਿਹਾ, ਤੁਮਰੇ ਸੁਤ ਨਿਜ ਨੈਣਨ ਦੇਖੋ, ਕਰ ਦਿਆ ਦੀਜੇ ਫਲ ਜਨਮ ਬਿਸੇਖੋ। ਤਾਂ ਕਿ ਗੁਰੂ ਹਰਗੋਬਿੰਦ ਜੀ ਦੇ ਕਹੇ ਹੋਏ ਵਾਕ ਪੂਰੇ ਹੋਣ ਕਿ ਤੇਰਾ ਪੋਤਰਾ ਮਹਾਬਲੀ ਪ੍ਰਤਾਪੀ ਪੁਰਖ ਕੁਲ ਉਜਿਆਰੀ ਕਰਨ ਵਾਲਾ ਹੋਵੇਗਾ। ਹਰ ਕੇ ਨਾਮ ਬਿਨਾ ਦੁੱਖ ਪਾਵੇ। ਇਲਾਹਾਬਾਦ ਤੋਂ ਮਿਰਜ਼ਾਪੁਰ ਵੱਲ ਜਾਂਦੇ ਰਾਹ ਵਿੱਚ ਇੱਕ ਕੋੜੀ ਨੂੰ ਕੁਰਲਾਉਂਦੇ ਦੇਖ ਰੁਕ ਗਏ। ਉਸ ਦਾ ਦੁੱਖ ਦੂਰ ਕੀਤਾ ਅਤੇ ਆਪ ਜੀ ਨੇ ਜੁੜੀ ਸੰਗਤ ਨੂੰ ਫਰਮਾਇਆ ਕਿ ਇਹ ਕੋੜੀ ਹੀ ਨਹੀਂ, ਹਰ ਕੋਈ ਦੁਖੀ ਹੋਵੇਗਾ ਜੋ ਨਾਮ ਤੋਂ ਇਲਾਵਾ ਕਿਸੇ ਹੋਰ ਵਿੱਚ ਚਿੱਤ ਲਗਾਏਗਾ। ਬਿਲਾਵਲ ਰਾਗ ਵਿੱਚ ਸ਼ਬਦ ਉਚਾਰਿਆ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਸਾ ਨਹੀਂ ਚੂਕੇ, ਗੁਰ ਇਹ ਭੇਦ ਬਤਾਵੇ। ਰਹਾਓ। ਮਿਰਜ਼ਾਪੁਰ ਉਸ ਸਥਾਨ ਤੇ ਡੇਰਾ ਕੀਤਾ ਜਿੱਥੇ ਹੁਣ ਗੁਰਦੁਆਰਾ ਗੁਰ ਕੀ ਸੰਗਤ ਹੈ। ਮਿਰਜ਼ਾਪੁਰ ਦੇ ਭਾਈ ਬਾਲ ਚੰਦ ਜੀ, ਭਾਈ ਹਰਕ੍ਰਿਸ਼ਨ, ਭਾਈ ਚਤਰਭੋਜ ਅਤੇ ਭਾਈ ਲਾਲੂ ਪ੍ਰਸਿੱਧ ਸਿੱਖ ਹੋਏ ਹਨ। ਇਹ ਚੰਗੇ ਵਪਾਰੀ ਸਨ ਅਤੇ ਨਾਲ ਸਿੱਖੀ ਪ੍ਰਚਾਰ ਵਿੱਚ ਜੁਟੇ ਰਹਿੰਦੇ ਸਨ। ਗੁਰੂ ਤੇਗ ਬਹਾਦਰ ਜੀ ਦਾ ਹੁਕਮਨਾਮਾ ਮਿਰਜ਼ਾਪੁਰ ਦੀ ਸੰਗਤ ਦੇ ਨਾਂ ਲਿਖਣਾ ਦਰਸਾਉਂਦਾ ਹੈ ਕਿ ਗੁਰੂ ਜੀ ਇਹਨਾਂ ਤੇ ਕਿੰਨਾ ਮਾਣ ਕਰਦੇ ਸਨ। ਹੁਕਮਨਾਮੇ ਦੇ ਇਹ ਸ਼ਬਦ ਕਿ ਪੀਛੇ ਕਾਰ ਦੀ ਥੀ ਸੂ ਪਹੁੰਚੀ, ਅਬ ਕਾਰੋਬਾਰ ਕਰਕੇ ਸੰਗਤ ਭਾਈ ਦਿਆਲ ਦਾਸ ਭੇਜਣੀ ਹਜੂਰ ਪਹੁੰਚੇਗੀ, ਪ੍ਰਗਟ ਪਿਆ ਕਰਦਾ ਹੈ ਕਿ ਸੰਗਤ ਵੀ ਕਿਵੇਂ ਗੁਰੂ ਜੀ ਤੋਂ ਸਦਕੇ ਜਾਂਦੀ ਸੀ। ਬਨਾਰਸ ਪੁੱਜਦਿਆਂ ਗੁਰੂ ਜੀ ਨੇ ਬਾਹਰ ਬਾਗ ਵਿੱਚ ਟਿਕਾਣਾ ਕੀਤਾ। ਉਹ ਹੀ ਅਸਥਾਨ ਹੁਣ ਗੁਰਦੁਆਰਾ ਗੁਰੂ ਕਾ ਬਾਗ ਅਖਵਾਉਂਦਾ ਹੈ। ਇਲਾਕੇ ਦੇ ਪ੍ਰਸਿੱਧ ਸਿੱਖ ਭਾਈ ਜਵੇਹਰੀ ਮੱਲ ਜੀ, ਭਾਈ ਰਾਮ ਰਾਏ, ਭਾਈ ਕਿਰਪਾਲ ਦਾਸ, ਭਾਈ ਸਿੱਬੂ, ਭਾਈ ਬਾਬੂ ਰਾਏ, ਸੇਠ ਦਲਪਤ ਅਤੇ ਭਾਈ ਭਿਖਾਰੀ ਦਾਸ ਬੇਨਤੀ ਕਰਕੇ ਰੇਸ਼ਮ ਦੇ ਕਟੜੇ ਲੈ ਗਏ ਜੋ ਹੁਣ ਸ਼ਬਦ ਦਾ ਕੋਠਾ ਕਰਕੇ ਪ੍ਰਸਿੱਧ ਹੈ। ਬਨਾਰਸ ਨੂੰ ਗੁਰੂ ਨਾਨਕ ਜੀ ਦੀ ਵੀ ਚਰਨ ਛੋਹ ਪ੍ਰਾਪਤ ਸੀ। ਉੱਥੇ ਹੀ ਗੁਰੂ ਨਾਨਕ ਦੇਵ ਜੀ ਦੀ ਮਰਿਆਦਾ ਵੇਦ ਸ਼ਸਤਰਾਂ ਨਾਲ ਨਾ ਮਿਲਦੀ ਦੇਖ ਪੰਡਤਾਂ ਨੇ ਕਿਹਾ ਸੀ, ਵੇਦ ਅਵਰ ਬਾਤ ਕਹਿਤਾ ਹੈ, ਤੂੰ ਅਵਰ ਕਹਿਤਾ ਹੈ। ਤਾਂ ਮਹਾਰਾਜ ਨੇ ਫਰਮਾਇਆ ਸੀ, ਵੇਦ ਤੋਂ ਵਪਾਰੀ ਹੈ। ਗੁਰੂ ਹਰਗੋਬਿੰਦ ਜੀ ਨੇ ਪੂਰਬ ਦੀ ਸੰਗਤ ਨੂੰ ਇੱਕ ਹੁਕਮਨਾਮੇ ਵਿੱਚ ਗੁਰੂ ਦਾ ਖਾਲਸਾ ਕਰਕੇ ਲਿਖਿਆ ਸੀ, ਕਿਉਂਕਿ ਇੱਥੋਂ ਦੀ ਹੀ ਇੱਕ ਐਸੀ ਸੰਗਤ ਸੀ ਜੋ ਗੁਰੂ ਆਦਰਸ਼ਾਂ ਤੇ ਡਟੀ ਹੋਈ ਸੀ। ਮੰਦਰਾਂ, ਪੱਥਰਾਂ ਅਤੇ ਬੁੱਤਾਂ ਦੇ ਸ਼ਹਿਰ ਵਿੱਚ ਸੰਗਤ ਹੀ ਇੱਕ ਥਾਂ ਸੀ ਜਿੱਥੇ ਆਤਮਾ ਦੀ ਉਚਾਈ ਛੂਹਣ ਦੇ ਉਪਰਾਲੇ ਹੋ ਰਹੇ ਸਨ। ਜਿੱਥੇ ਨਿਰਾ ਰੀਤ ਰਿਵਾਜ ਰਸਮ ਤੇ ਜ਼ੋਰ ਸੀ, ਉੱਥੇ ਸ਼ਬਦ ਨਾਲ ਜੁੜਦੇ ਦੇਖ ਗੁਰੂ ਤੇਗ ਬਹਾਦਰ ਜੀ ਨੇ ਸਿੱਖੀ ਦਾ ਕੋਠਾ ਕਰਕੇ ਮਾਣ ਬਖਸ਼ਿਆ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਹੋਏ ਪ੍ਰਸੰਨ ਸਤਿਗੁਰ ਕਹਿਓ, ਯਹ ਕੋਠਾ ਸਿੱਖੀ ਕੋ ਆਹੇ। ਭਾਈ ਜਵੇਹਰੀ ਮੱਲ ਜੀ ਇਲਾਕੇ ਵਿੱਚ ਜਾ ਕੇ ਬਨਾਰਸ ਨੂੰ ਕੇਂਦਰ ਬਣਾ ਸਿੱਖੀ ਦ੍ਰਿੜਾ ਕਰਾ ਰਹੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਪਰਨਾ ਮੋਢੇ ਤੇ ਰੱਖ ਆਗਿਆ ਲੈ ਜਾਣ ਲੱਗੇ ਤਾਂ ਮਹਾਰਾਜ ਨੇ ਪੁੱਛਿਆ ਕਿ ਕਿੱਧਰ ਚੱਲੇ ਹੋ? ਤਾਂ ਉਸਨੇ ਕਿਹਾ, ਗੰਗਾ ਇਸ਼ਨਾਨ ਨੂੰ। ਨੌਵੇਂ ਪਾਤਸ਼ਾਹ ਨੇ ਸੁਭਾਵਿਕ ਫਰਮਾਇਆ, ਸਿੱਖ ਗੰਗਾ ਕੋਲ ਨਹੀਂ ਜਾਂਦਾ, ਗੰਗਾ ਸਿੱਖ ਕੋਲ ਆਉਂਦੀ ਹੈ, ਗੰਗਾ ਤੇਰੇ ਵਿੱਚ ਹੈ। ਭਾਈ ਜੀ ਰੁਕ ਗਏ ਅਤੇ ਖੜੇ ਕਮਰੇ ਵਾਲੀ ਥਾਂ ਤੇ ਹੀ ਜਦ ਰਤਾ ਕੁਏਟ ਪੁੱਟੀ ਤਾਂ ਗੰਗਾ ਜਲ ਵਹਿ ਤੁਰਿਆ ਜੋ ਹੁਣ ਤੱਕ ਵਹਿ ਰਿਹਾ ਹੈ। ਸਿੱਖਾਂ ਨੂੰ ਗੁਰ ਸਮਾਨ ਤੀਰਥ ਨਹੀਂ ਕੋਈ ਦੀ ਅਮਲੀ ਵਿਆਖਿਆ ਕਰ ਦਿਖਲਾਈ। ਭਾਈ ਰਾਜਾ, ਭਾਈ ਮਨਸੂਦ, ਭਾਈ ਬਹਿਲ, ਭਾਈ ਹਰਬਖਸ਼ ਅਤੇ ਭਾਈ ਗੁਲਾਬ ਗੁਰੂ ਜੀ ਦੇ ਕੀਰਤਨੀਏ ਸੰਗਤਾਂ ਵਿੱਚ ਕੀਰਤਨ ਕਰਦੇ ਪਏ ਸਨ ਕਿ ਇੱਕ ਕੋੜੀ ਰਿੜਦਾ ਰਿੜਦਾ ਸੰਗਤ ਵਿੱਚ ਆ ਗਿਆ ਅਤੇ ਗੁਰੂ ਜੀ ਨੂੰ ਮੱਥਾ ਟੇਕ ਬੇਨਤੀ ਕੀਤੀ।
हे सच्चे पातशाह, मैं एक पक्के रोग नाल कुरला रहा जीव हाँ, जिस दा कोई टिकाणा नहीं। कदे किसे दरख्त अते कदे किसे छप्पर हेठां लुक रात टपाउंदा हाँ। न टुर सकदा हाँ, ना ही खड़ा हो सकदा हाँ। कोई तरस खा के टुक सुट जाए तां मूँह विच पा लैंदा हाँ। गुरु पातशाह रहम करो। उस दी दीन दशा देख महाराज जी रहम दे घर आए अते कीर्तनियां नूं अपना उचारिया मारू राग दा शब्द, हर को नाम सदा सुखदाई, जाको सिमरे अजामल उतरियो, गणका हूँ गत पाई रहाओ। गाउण दा हुक्म दिता। शब्द की समाप्ति उपरंत कोड़ी का दर्द दूर हो गया। गुरु जी ने शब्द की ही व्याख्या करदे फरमाया, भले लोक तू नाम क्यों नहीं जपिया, जिस नाल सब धोखा उतर जाता है। नाम नूं एक चित पूरे ध्यान नाल जपण नाल दुख रोग दा डेरा भज जाता है। आप जी ने हथी कोहड़ी का इलाज किया। उस नाम जपना रंभिया ते नरोआ हो गया। गुरु जी ने उसनूं कोलों धन दे के कहा कि हुण किरत करो, क्योंकि जीवन किसी ते बोझ पा के नहीं गुजारना चाहिए। बनारस विच गुरु तेग बहादुर जी का आउणा सुण पंडित, सन्यासी, बैरागी, कबीर जी अते रविदास जी संगती दर्शनां ते जीवन राह सुखाला करन लई पुजन लगे। गुरु जी दी ज्ञान विराग अते भगती भाव विच भिजी हुई बाणी सुण के सब दे मन शीतल अते निर्विवाद हुंदे गए। दूर नेड़े तो भी संगत दर्शनां नूं आउंदी रही। एक दिन एक पंडित ने पूछा, पातशाह यह समझाओ कि बुद्धि हुंदियां भी मनुख पुठे राह क्यों पै जांदा है। महाराज ने फरमाया, पंडित जी, बुद्धि नूं तृष्णा घेरी बैठी है। तृष्णा ह्यूमे तो उपजदी है। तृष्णा ही फिर मोह जाल फैला दिंदी है अते पंजे चोर जो अंदर बैठे हैं नचन लग पैंदे हैं। गुरु अमरदास जी का फरमान है, यह देही अंदर पंज चोर वसै, काम क्रोध लोभ मोह अहंकारा, अमृत लूटे मनमुख नहीं बूझे, कोई न सुने पुकारा। फिर यह बुद्धि की आवाज़ नहीं सुनी जाती। इस तृष्णा की अग्नि नूं बुझाउण नाल सुख प्राप्त होवेगा। पंडित ने चरण परसे ते आशीर्वाद लै सिख होया। बनारस विखे एक पंडितां दी ढाणी गुरु जी का उत्थे आउणा सुण के चर्चा करन लई आई। महाराज ने सब नूं शांत कीता ते फरमाया, पंडित लोको, धर्म विच कहनी नहीं करनी प्रधान है। जो धर्म पोथियां विच लिखिया है उस ते टुरना ही धर्म है। यह वाद विवाद भी एक हंकार की निशानी है अते विवाद तो कदे लाभ नहीं होया, सगों ईरखा साड़ा वधिया है। गुरु जी ने उन्हां नूं उपदेश दिंदे शब्द उचारिया, साधो मन का मान त्यागो, काम क्रोध संगत दुर्जन की, तांते अहनिस भागो रहाओ, सुख दुख दोनों सम कर जाने, और मान अपमाना हरख सोग ते रहे अतीता, तिन जग तत पछाणा। दर्शनां नूं आउण वालियां संगतां अते मुखियां विचों जौनपुर दी संगत अते मसंद भाई गुरबख्श जी खास तौर ते प्रसिद्ध सन। संगत हथी सेवा करदी अते भाई गुरबख्श जी रोज़ संगत विच आपू कीर्तन करते। उन्हां दा कीर्तन ऐसा रस भीना अते शरधा भरपूर हुंदा सी कि गुरु जी ने एक दिन प्रसन्न हो के उन्हां नूं मिरदंग बख्शी। भाई जी ने मिरदंग पा कीर्तन राही इन्ना प्रचार किया कि जौनपुर की संगत ही मिरदंग वाली संगत करके जानी जान लग पई। गुरु तेग बहादुर जी ने होर बख्शिशां करदिआं बदामी रंग का अपना कीमती चोला अते पोथी भी भाई गुरबख्श जी नूं बख्शी अते फरमाया कि तुहाडे घर सदा कीर्तन की दात रहेगी। तुमरे घर उत्पत जो होए, कीर्तन भजन करे सब सोए। बनारस विखे ही गुरु जी का घोड़ा श्रीधर जिस ते सवार हो वह थां थां पुज रहे सन कुछ ढिला हो गया। आप जी का अगेरे जाना जरूरी सी। घोड़े का इलाज अते पूरा ध्यान रखण लई भाई जवेरी मल नूं जिम्मेवारी सौंपी। भावें आप जी जानते सन कि संगत पूरा पूरा ध्यान दे इलाज करेगी, पर दर्दी गुरु जी ने रस्ते विचों ही यह हुक्मनामा भाई जवेरी मल अते सरबत संगत बनारस जोग लिखिया कि उचेचा ध्यान देना। यह हुक्मनामा उन्हां दा सुभाअ दर्शाउण लई एक सुंदर लिखत है। जो गुरु घोड़े नूं बीमार ढिला देख फिक्रमंद हो जाता है, उन्हां दा हिंदुस्तान ते खास कर ब्राह्मणां दी दीन दशा देख शहादत लई उठ तुरना कोई अचंभे वाली गल नहीं सी। हुक्मनामे दे शब्द हन, गुरसत भाई जवेरी सरबत संगत गुरु रखेगा
श्री धर की संगत सेवा करनी, अलूफा सिरी धरी नो देना। सिरी धर जित वेला चंगा होवेगा, ता पटने पहुँचाए देना, संगत का भला होगा। काशी बनारस दे लागे ही शहर ससराम है, जिथों दा जंपल शेर शाह सूरी सी। उत्थे एक सिख फग्गू नां दा रहिंदा सी, जिस नूं प्यार सत्कार नाल सब चाचा कहिंदे सन। सिख इतिहास ने उन्हां नूं वड्डा गुरमुख, प्रेम धर भारी ਅਤੇ सतगुर दे प्यार विच सदा खीवी करके लिखिया है। जद उसने अपना मकान बनाया तो उसका बाहरला दरवाजा बहुत ही वड्डा रखिया। जद लोकां पुछिया कि तू दरवाजा इन्ना वड्डा उच्चा ते खुला क्यों रखिया है, तो चाचा फग्गू ने कहा कि जद गुरु तेग बहादुर जी आउण तां उन्हां नूं बाहर ही ना उतरना पवे, सिद्धे चढ़े तो रंग घर आउण। छोटे द्वार गुरु किवें अंदर आ सकदा है, छोटे द्वार अंतर किम वड़े, इस बड़े द्वार आवे प्रभ चढ़े। उसका कहना बिल्कुल ठीक सी। गुरु हिरदे रूपी घर विच तां ही बैठ सकते हैं जे दिल खुला है, खेमा पास है ਅਤੇ विशाल सोचनी है। निक्की निक्की गल ईमान वेचण वालियां दे तंग दिलां विच उस वड्डे दा निवास किवें हो सकदा है। बनारस तो महाराज संगतां समेत घोड़े ते सवार ही फग्गू दे मकान अंदर गए ਅਤੇ ਵਿਹੜੇ ਵਿੱਚ ਦੀਵਾਨ ਲਗਾਇਆ। सिख खीवा हो गया। फग्गू दी लगन ਅਤੇ सेवा देख महाराज ने तू गुरमुख मेरा सिख है दी पदवी भी दिती। फिर भरी हुई संगत विच फरमाया, जो गुरु की भेटा जुड़ी हुई है वह भेंट करो। फग्गू जी ऐसे किरती सिख सन जो अति ईमानदार, निरइच्छत, खेमाशील ਅਤੇ पूरी कार भेटा गुरु दर पहुँचाते रहते सन। जो कार भेट इकट्ठी हुई वह पास रखा के उसकी हुंडी करा के गुरु हजूर पहुँचा देंदे। जद महाराज ने जुड़ी कार भेटा करन लई कहा तो आप जी ने पिछला पूरा हिसाब ते हुई इकट्ठी भेटा चरनां ते रख दिती। महाराज ने पूछया, कुछ रह तां नहीं गया जां याद विचों कुछ निकल तां नहीं गया। फग्गू जी यह सुन बहुत ही हैरान होए कि उन्हां तां कदे एक कौडी भी पास नहीं रखी। सिर झुका बैठ गया। गुरु जी ने उसे समय मुस्कुरा के कहा कि ओह जो बेरी दा दरख्त तेरे वेड़े लगा है उसदे बेर तूं कार भेट विच शामिल नहीं कीते। चाचा फग्गू जी ने अगे वध के गुरु चरण पकड़ लए। महाराज ने फरमाया, संगतां नूं सारा बिरतांत सुणाओ तां कि इन्हां दा शंका मुके। चाचा जी ने दस्सिया कि कार भेट इकट्ठी करने लई जद ओह एक दिन किसी दे घर गया तो उसकी घरवाली ने कहा कि सिख घर नहीं है अते देण लई कुछ भी नहीं। जद उन्हां कहा जो है दिओ तां घरवाली ने गुस्से विच कहा कि उस पास तां केवल कूड़ा है जो उस बौकर दे के इकट्ठा कीता है। उन्हां ओह ही उठा लिया, कूड़े नूं धोता, छाणिया, विचों एक बेर दी गिटक निकली, गिटक विहड़े विच दबा दित्ती। समा पा के यह बेरी दा दरख्त बनिया जिस वाल गुरु जी ने इशारा किया। यह कार भेट उस सिख दी है। महाराज ने यह सुन के फरमाया कि यह ही सिखी दा रूप है, किसी दे औगुण नहीं चितारने पर स्वार्थ लई सब कुछ कुर्बान कर देना ਅਤੇ हंकार नूं नेड़े ना आउण देना। फग्गू वर्गे सिख ही पंथ दा थंम हन। गुरमुख सिख यह ही है, पर स्वार्थी नहीं लोभ अहंकार अवगुण सोगुण प्रगटावनहार। मम कारज सद करे आरंभ, मेरे पंथ के थम्मण थम। हे फग्गू तू गुरमुख सिख। फग्गू दी बहनी सब नूं बैठना चाहिदा है। फिर जुड़ियां संगतां नूं राग जयजावंती दा राम सिमर यह तेरे काज है दा शब्द उचार के उपदेश दिता कि माया दा संग त्याग के प्रभु दी शरण गया ही सब सुख मिलते हैं। माया जो संग त्याग प्रभु जू की शरण लाग। चाचा फग्गू दे घर तो हो के आप जी गुरु के बाग आ टिके ਅਤੇ माता नानकी ਅਤੇ महल गुजरी जी घर ही टिके रहे। ससराम तो गुरु तेग बहादुर जी गया पुजे। उत्थे फलगू नदी किनारे बामणी घाट ते जिथे हुण उदासियां दा डेरा है आप जी ने टिकाणा कीता। नौवें पातशाह ने गुरु नानक देव जी वाला उपदेश दोहराया कि झूठे सूत जंजू छड्ड के सच नाम हिरदे धारण करो। गुरु नानक देव जी ने फरमाया सी कि नाम ही एक ऐसा दीवा है जो राह रोशन करेगा। जिंदगी विच दुख वापरदे ही रहने हैं पर प्रभु नूं जानन नाल दुख मुक जाते हैं ਅਤੇ जन्म मरण दे डर खत्म हो जाते हैं। दीवा मेरा एक नाम दुख विच पाया तेल, उन चानन उन सोखिया चूका जम स्यों मेल। गुरु तेग बहादुर जी ने कहा, तुसीं उस थां रहिंदे हो जिथे हर वेले मौत का जिक्र हुंदा रहिंदा है।
ਇਸ ਤੋਂ ਲਾਭ ਉਠਾਓ ਅਤੇ ਮੌਤ ਚੇਤੇ ਰੱਖੋ। ਮੌਤ ਚੇਤੇ ਰੱਖਿਆ ਕਦੀ ਅਸਲੀਅਤ ਤੋਂ ਨਹੀਂ ਭੱਜੋਗੇ ਅਤੇ ਜੀਵਨ ਨੂੰ ਵਿਗੜਨ ਨਹੀਂ ਦੇਵੋਗੇ। ਫਿਰ ਸ਼ਬਦ ਉਚਾਰ ਕੇ ਸਮਝਾਇਆ ਕਿ ਜੇ ਰਤਾ ਕੂ ਵੀ ਸਮਝ ਹੈ ਤਾਂ ਉਸ ਨੂੰ ਦਿਨ ਰਾਤ ਯਾਦ ਵਿੱਚ ਰੱਖੋ। ਹਰ ਪਲ ਉਮਰ ਵਿਹਾਜ ਰਹੀ ਹੈ, ਜਿਵੇਂ ਕਿਸੇ ਤਿੜਕੇ ਘੜੇ ਵਿੱਚ ਪਾਣੀ ਹੋਵੇ। ਅਵਸ਼ ਮੁੱਕਣਾ ਹੈ। ਝੂਠ ਲਾਲਚ ਪਿੱਛੇ ਲੱਗ ਕੇ ਮਰਨਾ ਹੀ ਭੁਲਾ ਦਿੱਤਾ ਹੈ, ਪਰ ਅਜੇ ਵੀ ਸਮਾਂ ਹੈ ਕਿ ਉਸ ਨੂੰ ਯਾਦ ਕਰ ਲਵੋ। ਚੇਤਨਾ ਹੈ ਤੇ ਉਹ ਚੇਤ ਲੈ। ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ। ਫੂਟੇ ਘਟ ਜਿਉ ਪਾਣੀ ਰਹਾਓ। ਹਰ ਗੁਣ ਕਾਹੀ ਨਾ ਗਾਵੇ ਮੂਰਖ ਅਗਿਆਨਾ। ਝੂਠੇ ਲਾਲਚ ਲਾਗ ਕੇ ਨਹੀਂ ਮਰਨ ਪਛਾਣਾ। ਅਜ ਹੂੰ ਕਿਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਕਹਿ ਨਾਨਕ ਤਹਿ ਭਜਨ ਤੇ ਨਿਰਭੈ ਪਦ ਪਾਵੇ। ਜਦ ਪਾਂਡਿਆਂ ਗੁਰੂ ਜੀ ਨੂੰ ਵੀ ਪਿੱਤਰਾਂ ਪ੍ਰਤੀ ਕੁਝ ਦਾਨ ਦੇਣ ਲਈ ਕਿਹਾ ਤਾਂ ਆਪ ਜੀ ਨੇ ਫਰਮਾਇਆ ਕਿ ਜਦ ਸਾਡੇ ਪਿੱਤਰ ਪਹਿਲਾਂ ਹੀ ਸੱਚਖੰਡ ਬਿਰਾਜ ਰਹੇ ਹਨ ਤਾਂ ਹੁਣ ਉਹਨਾਂ ਨੂੰ ਪ੍ਰੇਤ ਪ੍ਰੇਤ ਕਰ ਪੁਕਾਰਨਾ ਕੀ ਠੀਕ ਰਹੇਗਾ। ਫਿਰ ਉਕਤੀ ਨਾਲ ਸਮਝਾਉਂਦੇ ਫਰਮਾਇਆ ਕਿ ਤੁਹਾਡਾ ਮਤ ਹੈ ਕਿ ਫਲਗੂ ਨਦੀ ਵਿੱਚ ਜਿਸ ਪੈਰ ਧਰ ਦਿੱਤਾ ਉਸ ਦੇ ਪਿੱਤਰ ਤਰ ਗਏ, ਫਿਰ ਪਿੰਡ ਭਰਾਉਣ ਦੀ ਕੀ ਲੋੜ ਹੈ। ਇਹ ਸੁਣ ਸਭ ਕਹਿਣ ਲੱਗੇ ਕਿ ਆਪ ਜੀ ਦਾ ਫਰਮਾਨ ਸੱਚ ਹੈ, ਪਰ ਸਾਡਾ ਗੁਜ਼ਾਰਾ ਕਿਵੇਂ ਹੋਵੇ। ਮਹਾਰਾਜ ਨੇ ਦੇਖ ਲਿਆ ਅਤੇ ਦਰਸਾ ਦਿੱਤਾ ਕਿ ਉਹਨਾਂ ਦਾ ਨਿਰੋਲ ਮਾਇਆ ਨਾਲ ਹੀ ਪਿਆਰ ਹੈ। ਇਹ ਸਭ ਮਾਇਆ ਕੇ ਅਧਿਕਾਰੀ। ਆਪ ਜੀ ਨੇ ਮਾਇਆ ਦੇ ਕੇ ਉਹਨਾਂ ਦੀ ਭੁੱਖ ਦੂਰ ਕੀਤੀ। ਪੰਡਤਾਂ ਇਹ ਵਿਚਾਰਿਆ ਕਿ ਜੇ ਗੁਰੂ ਜੀ ਕੋਲ ਹੁਕਮਨਾਮਾ ਲਿਖਵਾ ਲਈਏ ਤਾਂ ਸਦੀਆਂ ਤੱਕ ਬੈਠ ਸਾਡੀ ਸੰਤਾਨ ਰੱਜ ਰੱਜ ਖਾਏਗੀ। ਜਦ ਬਿਪਰ ਇਕੱਠੇ ਹੋ ਕੇ ਹੁਕਮਨਾਮੇ ਦੀ ਜਾਚਨਾ ਕਰਨ ਆਏ ਤਾਂ ਆਪ ਜੀ ਨੇ ਕਿਹਾ ਕਿ ਸਿੱਖਾਂ ਨੂੰ ਇਸ ਪਾਸੇ ਨਹੀਂ ਪਾਉਣਾ। ਜੋ ਤੁਸਾਂ ਮੰਗ ਕੀਤੀ ਉਹ ਦੇ ਦਿੱਤੀ, ਹੁਣ ਬਹੁਤਾ ਲੋਭ ਨਾ ਕਰੋ। ਲੋਭ ਛੱਡ ਤਜ ਕਰਿਆ ਸੰਤੋਸ਼। ਆਪਣ ਧਰਮ ਰਾਖੋ ਨਿਰਦੋਸ਼। ਫਿਰ ਇਹ ਬਚਨ ਕੀਤੇ ਹਮਰੇ ਵਰਤਨ ਯਹੀ ਸੁਭਾਓ। ਸਹਿਜੇ ਆਵੇ ਸਹਿਜੇ ਜਾਓ। ਕਿਛ ਕਾਹੂ ਬਾਤ ਗਿਲਾਨ ਮਤ ਕਰੋ। ਹਰ ਕੀ ਭਗਤੀ ਹਿਰਦੇ ਸੰਚਾਰੋ। ਇੱਥੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਜੋ ਪਹਿਲਾਂ ਵੀ ਮਾਇਆ ਬ੍ਰਾਹਮਣਾਂ ਨੂੰ ਦਿੱਤੀ ਉਹਨਾਂ ਦੀ ਦੀਨ ਦਸ਼ਾ ਦੇਖ ਕੇ ਹੀ ਦਿੱਤੀ, ਕਿਸੇ ਭਾਵਨਾ ਕਰਕੇ ਨਹੀਂ। ਜੇ ਕਿਸੇ ਭਾਵਨਾ ਕਰਕੇ ਹੁੰਦਾ ਤਾਂ ਹੁਕਮਨਾਮਾ ਵੀ ਬਖਸ਼ ਦਿੰਦੇ। ਸਗੋਂ ਇਹ ਫਰਮਾਇਆ ਕਿ ਸਿੱਖਾਂ ਨੂੰ ਬ੍ਰਾਹਮਣਾਂ ਤੋਂ ਦੂਰ ਹੀ ਰੱਖਣਾ ਹੈ। ਇੱਕ ਗੱਲ ਮਹਿਮਾ ਪ੍ਰਕਾਸ਼ ਨੇ ਉੱਥੇ ਲਿਖੀ ਹੈ ਜੋ ਠੀਕ ਨਹੀਂ ਲੱਗਦੀ। ਉਸ ਲਿਖਿਆ ਹੈ ਕਿ ਰਾਜਾ ਬਿਸ਼ਨ ਸਿੰਘ ਜੋਧਪੁਰੀਆ ਗਿਆ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਮਿਲਿਆ। ਰਾਜਾ ਬਿਸ਼ਨ ਸਿੰਘ ਦਾ ਅਜੇ ਜਨਮ ਵੀ ਨਹੀਂ ਸੀ ਹੋਇਆ। ਇਹ ਕੋਈ ਹੋਰ ਰਾਜਾ ਹੈ। ਰਾਜਾ ਰਾਮ ਸਿੰਘ ਵੀ ਗੁਰੂ ਜੀ ਨੂੰ ਢਾਕਾ ਜੁਲਾਈ 1668 ਨੂੰ ਮਿਲਿਆ ਸੀ। ਸਸਰਾਮ ਤੋਂ ਪਟਨਾ ਵੱਲ ਜਾਂਦੇ ਗੁਰੂ ਜੀ ਨੇ ਕਰਮਨਾਸ਼ ਨਦੀ ਨੂੰ ਪਾਰ ਕੀਤਾ। ਕਰਮਨਾਸ਼ ਨਦੀ ਵਿੱਚ ਜਦ ਆਪ ਜੀ ਇਸ਼ਨਾਨ ਕਰਨ ਲੱਗੇ ਤਾਂ ਪੰਡਿਆਂ ਨੇ ਕਿਹਾ ਕਿ ਇੱਥੇ ਇਸ਼ਨਾਨ ਕਰਨ ਨਾਲ ਸਭ ਸ਼ੁਭ ਕਰਮ ਨਾਸ਼ ਹੋ ਜਾਂਦੇ ਹਨ। ਗੁਰੂ ਪਾਤਸ਼ਾਹ ਨੇ ਕਿਹਾ ਕਿ ਇਸ਼ਨਾਨ ਕਰਨ ਜਾਂ ਨਾ ਕਰਨ ਨਾਲ ਕਿਸੇ ਦੇ ਕਰਮਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਜੇ ਤੁਸੀਂ ਇਸ ਨਦੀ ਨੂੰ ਕਰਮਨਾਸ਼ ਕਹਿੰਦੇ ਹੋ ਤਾਂ ਹੁਣ ਤੋਂ ਕੁਕਰਮਨਾਸ਼ ਨਾ ਕਰਕੇ ਜਾਣੀ ਜਾਏਗੀ। ਜਿੱਥੇ ਸੰਗਤਾਂ ਦੇ ਚਰਨ ਪੈਣ, ਸ਼ਬਦ ਕੀਰਤਨ ਹੋਵੇ, ਉਹ ਥਾਂ ਕਰਮਨਾਸ਼ ਨਹੀਂ ਕੁਕਰਮਨਾਸ਼ ਹੋਵੇ। ਤਿੰਨੇ ਕਿਸਮ ਦੇ ਪਾਪ ਮੁੱਕ ਜਾਂਦੇ ਹਨ। ਗੁਰੂ ਤੇਗ ਬਹਾਦਰ ਜੀ ਮਈ 1666 ਨੂੰ ਪਟਨਾ ਸਾਹਿਬ ਪੁੱਜੇ। ਪਟਨਾ ਉਸ ਸਮੇਂ ਬੰਗਾਲ ਦੇ ਸੂਬੇ ਅਧੀਨ ਸੀ। ਪਟਨੇ ਦਾ ਹਾਕਮ ਸਿੱਖ ਇਤਿਹਾਸ ਦੇ ਕਥਨ ਅਨੁਸਾਰ ਨਵਾਬ ਰਹੀਮ ਬਖਸ਼ ਸੀ। ਪਟਨਾ ਅਸ਼ੋਕ ਦੇ ਸਮੇਂ ਤੋਂ ਪ੍ਰਸਿੱਧਤਾ ਘਟ ਚੁੱਕਾ ਸੀ ਅਤੇ ਨਾਲੰਦਾ ਦੇ ਨੇੜੇ ਹੋਣ ਕਾਰਨ ਵਿਦਿਆ ਸਾਹਿਤ ਦਾ ਕੇਂਦਰ ਵੀ ਸੀ। ਬੁੱਧ ਜੀ ਰਾਜਗ੍ਰੀਹੀ ਜਾਂਦੇ ਉੱਥੇ ਆਏ ਸਨ ਅਤੇ ਬਚਨ ਕੀਤਾ ਸੀ ਕਿ ਅੱਗ ਪਾਣੀ ਅਤੇ ਆਪਸੀ ਫੁੱਟ ਕਰਕੇ ਪਟਨਾ ਕਈ ਵਾਰੀ ਡਿੱਗੇ ਅਤੇ ਉਸਰੇਗਾ। ਕਈ ਵਾਰੀ ਪਟਨਾ ਢਹਿ ਢੇਰੀ ਹੋਇਆ ਪਰ ਫਿਰ ਉੱਠ ਖਲੋਤਾ। ਇਸ ਕਾਰਨ ਕਈ ਨਾਂ ਇਸਦੇ ਪਏ। ਤਕਰੀਬਨ 22 ਨਾਵਾਂ ਨਾਲ ਪਟਨਾ ਯਾਦ ਕੀਤਾ ਜਾਂਦਾ ਹੈ। ਪੁਸ਼ਪਪੁਰ, ਕੁਸਮਪੁਰ, ਕੁਸ਼ਾਮਵਤੀ, ਮੋਰੀਆ ਨਗਰ, ਪਟਲਾ ਤੇ ਪਾਟਲੀ ਪੁੱਤਰ ਕਰਕੇ ਜਾਣਿਆ ਜਾਂਦਾ ਰਿਹਾ ਹੈ। ਜਦ ਗੁਰੂ ਤੇਗ ਬਹਾਦਰ ਜੀ ਪੁੱਜੇ ਤਾਂ ਇਸ ਨੂੰ ਪਟਨਾ ਕਰਕੇ ਜਾਣਿਆ ਜਾਂਦਾ ਸੀ। ਪਟਨਾ ਸ਼ਹਿਰ ਵਿਖੇ ਭਵਲਿਓ ਗੁਰੂ ਗੋਬਿੰਦ ਸਿੰਘ ਨੇ ਆਪੂ ਲਿਖਿਆ ਹੈ। 16ਵੀਂ ਸਦੀ ਦੇ ਅਖੀਰ ਵਿੱਚ ਇੱਕ ਯੂਰਪੀ ਸੈਲਾਨੀ ਰੌਲਫ ਨੇ ਪਟਨਾ ਬਾਰੇ ਲਿਖਿਆ ਸੀ ਕਿ ਸ਼ਾਮ ਨੂੰ ਜਦ ਆਕਾਸ਼ ਵਿੱਚ ਤਾਰੇ ਚਮਕਦੇ ਹਨ ਅਤੇ ਪਾਟਲੀ ਪੁੱਤਰ ਨਿਵਾਸੀਆਂ ਦੇ ਛੱਜਿਆਂ ਤੇ ਲੱਗੇ ਪਾਟਿਲ ਦੇ ਸਫੇਦ ਫੁੱਲ ਖਿੜ ਉੱਠਦੇ ਹਨ ਅਤੇ ਇੱਥੋਂ ਦੇ ਬਾਜ਼ਾਰਾਂ ਵਿੱਚ ਸੋਨਾ ਚਾਂਦੀ ਅਤੇ
ਬਰਤਨਾਂ ਨਾਲ ਸਜੀਆਂ ਦੁਕਾਨਾਂ ਚਮਕਣ ਲੱਗਦੀਆਂ ਹਨ ਤਾਂ ਇਹ ਕਹਿਣਾ ਕਠਿਨ ਹੋ ਜਾਂਦਾ ਹੈ ਕਿ ਇਹ ਸੁੰਦਰ ਲੋਕ ਹੈ ਜਾਂ ਸੁਹਾਣਾ ਪਰਲੋਕ। ਪੂਰੇ 80 ਸਾਲ ਪਿੱਛੋਂ ਸੱਚਖੰਡ ਦਾ ਵਾਸੀ ਆਇਆ, ਜਿਸ ਧਰਤੀ ਤੇ ਹੀ ਸਵਰਗ ਬਣਾਉਣ ਦਾ ਵੰਨ ਨੂੰ ਬੰਨਿਆ। ਭਾਈ ਗੁਰਦਾਸ ਜੀ ਨੇ ਇਸੇ ਲਈ ਲਿਖਿਆ, ਤਹਿ ਨਿਰਭਉ ਰਾਜ ਕਮਾਇਣ ਸੱਚ ਅਦਲ ਚਲਾਏ, ਇਉਂ ਕਲਯੁਗ ਮੈਂ ਅਵਤਾਰ ਧਾਰ ਸਤਜੁਗ ਵਰਤਾਏ। ਪਟਨਾ ਵਿਖੇ ਗੁਰੂ ਤੇਗ ਬਹਾਦਰ ਨੇ ਪਹਿਲਾਂ ਬਾਗ ਵਿਖੇ ਇਮਲੀ ਦੇ ਦਰਖਤ ਹੇਠਾਂ ਹੀ ਟਿਕਾਣਾ ਕੀਤਾ, ਜਿਸ ਨੂੰ ਹੁਣ ਗੁਰੂ ਕਾ ਬਾਗ ਕਿਹਾ ਜਾਂਦਾ ਹੈ। ਆਪ ਜੀ ਦੇ ਚਰਨ ਪਾਉਣ ਨਾਲ ਸੁੱਕਾ ਬਾਗ ਹਰਿਆ ਹੋ ਗਿਆ। ਜਦ ਰਹੀਮ ਬਖਸ਼ ਦਰਸ਼ਨਾਂ ਨੂੰ ਆਇਆ ਤਾਂ ਆਪ ਜੀ ਨੇ ਪੁੱਛਿਆ ਕਿ ਇਹ ਬਾਗ ਕਿਸ ਦਾ ਹੈ, ਤਾਂ ਉਸ ਕਿਹਾ ਆਪ ਜੀ ਦਾ। 3 ਵਾਰੀ ਪੁੱਛਣ ਤੇ ਨਵਾਬ ਨੇ ਇਹ ਹੀ ਕਿਹਾ ਕਿ ਆਪ ਜੀ ਦਾ। ਉਥੋਂ ਭਾਈ ਜਗਤਾ ਜੀ ਸੇਠ ਪਾਸ ਆਲਮਗੰਜ, ਜਿਸ ਨੂੰ ਹੁਣ ਗਊ ਘਾਟ ਕਹਿੰਦੇ ਹਨ, ਗਏ ਸਨ। ਘੋੜਾ ਆਪ ਜੀ ਨੇ ਹਰਸੰਘਾਰ ਦਰਖਤ ਨਾਲ ਬੰਨਿਆ ਸੀ। ਭਾਈ ਜਗਤਾ ਬਾਰੇ ਮਹਿਮਾ ਪ੍ਰਕਾਸ਼ ਦੇ ਲਿਖਾਰੀ ਨੇ ਲਿਖਿਆ ਹੈ ਕਿ ਉਹ ਬਗੈਰ ਦਿਖਾਵੇ ਹਰ ਸਿੱਖ ਦੀ ਸੇਵਾ ਕਰਦਾ ਸੀ। ਜੋ ਆਵੇ ਉਸ ਨੂੰ ਤਾਜ਼ੀਆਂ ਕਚੌਰੀਆਂ ਤਲ ਕੇ ਆਦਰ ਨਾਲ ਛਕਾਉਂਦਾ ਸੀ। ਹਰ ਵੇਲੇ ਸੇਵਾ ਕਿਰਤ ਵਿੱਚ ਲੱਗਾ ਦੇਖ ਲੋਕੀ ਹੈਰਾਨ ਹੁੰਦੇ ਕਿ ਉਸ ਨੇ ਕਦੇ ਇਸ਼ਨਾਨ ਵੀ ਕੀਤਾ ਹੈ ਜਾਂ ਨਹੀਂ। ਇਸ਼ਨਾਨ ਕਰਤ ਤਿਸ ਕਿਸੂ ਨ ਦੇਖਾ, ਨਹੀਂ ਬਸਤਰ ਧੁਆਏ ਦਿਖਾਵੇ ਭੇਖਾ। ਪਰ ਉਹ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ ਸਿਮਰਨ ਵਿੱਚ ਜੁੜ ਕੀਰਤਨ ਕਰ ਆਪਣੀ ਭੱਠੀ ਤਾ ਕੇ ਦੁਕਾਨ ਲਾਉਂਦਾ ਤੇ ਆਏ ਗਏ ਅਭਿਆਗਤ ਨੂੰ ਛਕਾ ਕੇ ਖੁਸ਼ੀ ਲੈਂਦਾ। ਜਦ ਗੁਰੂ ਜੀ ਉਸ ਦੇ ਘਰ ਟਿਕੇ ਤਾਂ ਕਈਆਂ ਨੇ ਆ ਕੇ ਕਿਹਾ ਕਿ ਨਾਮਦਾਨ ਇਸ਼ਨਾਨ ਬਚਨ ਗੁਰਾਹੇ, ਪਰ ਇਹ ਤਿੰਨਾਂ ਦੇ ਨੇੜੇ ਨਹੀਂ ਗਿਆ। ਸੋ ਆਪ ਜੀ ਦਾ ਉਸ ਦੇ ਘਰ ਠਹਿਰਨਾ ਠੀਕ ਨਹੀਂ। ਮਹਾਰਾਜ ਨੇ ਕਿਹਾ, ਤੁਸੀਂ ਨਹੀਂ ਜਾਣਦੇ, ਇਹ ਦਿਖਾਵਾ ਰਹਿਤ ਕੰਮ ਕਰਦਾ ਹੈ। ਨਿਤ ਨਾਮ ਵਿੱਚ ਜੁੜਦਾ, ਇਸ਼ਨਾਨ ਕਰਦਾ ਅਤੇ ਹਰ ਆਏ ਗਏ ਗਰੀਬ ਦੀ ਸੇਵਾ ਕਰਦਾ ਹੈ। ਸੰਗਤਾਂ ਦੇ ਨਿਤ ਵਾਧੇ ਕਾਰਨ ਆਪ ਜੀ ਨੇ ਹਵੇਲੀ ਵਿਸਾਖੀ ਰਾਮ ਵਿੱਚ ਡੇਰਾ ਕਰ ਲਿਆ। ਭਾਈ ਵਿਸਾਖੀ ਨੇ ਬੜਾ ਹਿੱਤ ਕੀਤਾ ਸੀ। ਸੰਗਤਾਂ ਨੇ ਇੱਕ ਦਿਨ ਕਿਹਾ ਕਿ ਆਪ ਜੀ ਦੇ ਦਰਸ਼ਨ ਨਾ ਹੋਣ ਨਾਲ ਤਰਸਦੇ ਰਹੀਦਾ ਹੈ, ਕੋਈ ਉਪਦੇਸ਼ ਦੱਸ ਕੇ ਜਾਓ ਕਿ ਆਨੰਦ ਬਣਿਆ ਰਹੇ। ਗੁਰੂ ਜੀ ਨੇ ਫਰਮਾਇਆ, ਜਿੱਥੇ ਸਤ ਸੰਗਤ ਹੋਵੇਗੀ ਉੱਥੇ ਮੇਰਾ ਵਾਸਾ ਅਤੇ ਦਰਸ਼ਨ ਹੋਣਗੇ। ਪਟਨਾ ਸਾਹਿਬ ਹੀ ਜੋਗੀਆਂ ਦੀ ਇੱਕ ਢਾਣੀ ਆਪਣੇ ਆਪੂ ਮਹੰਤ ਨਾਲ ਚਰਚਾ ਨੂੰ ਆਈ। ਮਹੰਤ ਜੋਗੀ ਮਿਲਖਾਂ ਦਾ ਮਾਲਕ ਸੀ। ਤੇਰ ਮੇਰ ਬਹੁਤ ਕਰਦਾ ਸੀ। ਜਦ ਆਉਂਦਿਆਂ ਉਸ ਜੋਗ ਬਾਰੇ ਪੁੱਛਿਆ ਤਾਂ ਮਹਾਰਾਜ ਨੇ ਫਰਮਾਇਆ ਕਿ ਉਹ ਜੋਗ ਬਾਰੇ ਕੁਝ ਕਹਿਣਾ ਨਹੀਂ ਚਾਹੁੰਦੇ, ਪਰ ਜੋ ਰਾਹ ਜੋਗ ਨੂੰ ਜਾਂਦਾ ਹੈ ਉਸ ਬਾਰੇ ਜ਼ਰੂਰ ਕੁਝ ਕਹਿਣਾ ਹੈ। ਮਨੁੱਖ ਵਿੱਚ ਪ੍ਰਭੂ ਅਤੇ ਪਸ਼ੂ ਦਾ ਅੰਸ਼ ਹੈ। ਸਭ ਤੋਂ ਪਹਿਲਾਂ ਪਸ਼ੂ ਪੁਣੇ ਤੋਂ ਉੱਚੇ ਉੱਠਣਾ ਹੀ ਜੁਗਤੀ ਨੂੰ ਪਾਉਣਾ ਹੈ। ਜੋ ਤੇਰ ਮੇਰ ਸਰੀਰ ਸਾਧਨਾ ਅਤੇ ਸਰੀਰ ਨੂੰ ਸੰਵਾਰਨ ਵਿੱਚ ਲੱਗਾ ਹੋਇਆ ਹੈ, ਉਹ ਪ੍ਰਭੂ ਦਾ ਦੀਦਾਰ ਕਿਵੇਂ ਕਰ ਸਕੇਗਾ। ਫਿਰ ਫਰਮਾਇਆ, ਉਸ ਨੂੰ ਜੋਗੀ ਨਹੀਂ ਸਮਝਣਾ ਚਾਹੀਦਾ ਜੋ ਜੋਗ ਦਾ ਰਾਹ ਹੀ ਨਹੀਂ ਪਛਾਣਦਾ। ਜਿਸ ਅੰਦਰ ਮੋਹ ਮਾਇਆ ਮਮਤਾ ਤੇਰ ਮੇਰ ਹੈ, ਉਹ ਜੋਗੀ ਕਿਵੇਂ ਹੋਇਆ। ਜੋਗੀ ਦੇ ਗੁਣ ਦੱਸਦੇ ਫਰਮਾਇਆ, ਜੋਗੀ ਉਸ ਨੂੰ ਜਾਣੋ ਜੋ ਨਿੰਦਾ ਸਹਾਰ ਸਕਦਾ ਹੈ, ਉਸ ਤਿਤ ਸੁਣ ਫੁੱਲਦਾ ਨਹੀਂ। ਕੰਚਨ ਲੋਹਾ ਇੱਕੋ ਜਿਹਾ ਜਾਣਦਾ ਹੈ, ਦੁੱਖ ਸੁੱਖ ਉਸ ਵਿੱਚ ਉਲਾਰ ਪੈਦਾ ਨਹੀਂ ਕਰਦਾ। ਜਿਸ ਦਾ ਮਨ ਟਿਕ ਗਿਆ ਉਹ ਅਸਲ ਜੋਗੀ ਹੈ। ਇਸ ਪਰਥਾਏ ਰਾਗ ਧਨਾਸਰੀ ਵਿੱਚ ਸ਼ਬਦ ਉਚਾਰਿਆ, ਤਹਿ ਜੋਗੀ ਕੋ ਜੁਗਤ ਨ ਜਾਣਿਓ, ਲੋਭ ਮੋਹ ਮਾਇਆ ਮਮਤਾ ਫੁਨ। ਜਹ ਘਟ ਮਾਹੇ ਪਛਾਣਿਓ ਰਹਾਓ, ਪਰ ਨਿੰਦਾ ਉਸਤਤ ਨਹਿ ਜਾਕੋ। ਕੰਚਨ ਲੋਹ ਸਮਾਨੋ, ਹਰਖ ਸੋਗ ਤੇ ਕਹੇ ਅਤੀਤਾ, ਜੋਗੀ ਤਾਹੇ ਬਖਾਨੋ। ਬੰਗਾਲ ਦੀ ਸੰਗਤ ਦਰਸ਼ਨਾਂ ਨੂੰ ਪਟਨਾ ਸਾਹਿਬ ਹੀ ਆ ਗਈ ਅਤੇ ਉਸ ਇਲਾਕੇ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ। ਸੰਗਤ ਵਿੱਚੋਂ ਇੱਕ ਸਿੱਖ ਨੇ ਪੁੱਛਿਆ ਕਿ ਦਰਸ਼ਨ ਕਰਨ ਨਿਹਾਲ ਹੋਏ ਹਾਂ, ਪਰ ਮਨ ਨਹੀਂ ਟਿਕਦਾ। ਤੁਸੀਂ ਫਰਮਾਉਂਦੇ ਹੋ ਕਿ ਮਨ ਟਿਕਾਉਣਾ ਹੀ ਉਸ ਦੇ ਦੀਦਾਰ ਦਾ ਰਾਹ ਹੈ, ਪਰ ਇਹ ਯਤਨ ਕਰਨ ਤੇ ਵੀ ਨਹੀਂ ਟਿਕਦਾ। ਇਹ ਪਵਨ ਵਾਂਗ ਹਿਲਦਾ ਹੀ ਰਹਿੰਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ, ਤੁਸੀਂ ਇੱਕੋ ਵਾਰ ਛਾਲ ਮਾਰ ਕੇ ਛੱਤ ਤੇ ਨਹੀਂ ਚੜ੍ਹ ਸਕਦੇ। ਇਹਨਾਂ 10 ਇੰਦਰੀਆਂ ਦੁਆਰਾ ਇਹ ਮਨ ਨੱਸਦਾ ਹੈ। ਪਹਿਲਾ ਕੰਮ ਹੈ ਇਹਨਾਂ ਨੂੰ ਕਾਰੇ ਲਾਉਣਾ। ਆਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਨੇ ਸਭ ਨੂੰ ਕਾਰੇ ਲਾਉਣ ਦਾ ਵੱਲ ਸਮਝਾ ਦਿੱਤਾ ਹੈ। ਰਸਨਾ ਨੂੰ ਅਨ ਰਸਾਂ ਵੱਲੋਂ ਅਤੇ ਨੈਣਾ ਨੂੰ ਪਰ ਰੂਪ ਵੱਲੋਂ ਹਟਾਉਣ ਨਾਲ ਇਹ ਆਪਣੇ ਆਪਣੇ ਘਰ ਟਿਕ ਜਾਂਦੇ ਹਨ। ਤ੍ਰਿਸ਼ਨਾ ਤੋਂ ਹੀ ਭਾਵਨਾ ਵੱਧਦੀ ਹੈ ਅਤੇ ਫਿਰ ਬੁੱਧੀ ਵੀ ਠੀਕ ਕਾਰਜ ਨਹੀਂ ਕਰਦੀ। ਸਗੋਂ ਉਲਟ ਬੁੱਧੀ ਤ੍ਰਿਸ਼ਨਾ ਦੀ ਹੀ ਆਵਾਜ਼ ਸੁਣਨ ਲੱਗ ਪੈਂਦੀ ਹੈ।
सो तृष्णा ही सब तो वड्डा रोग है। इस नूं हटाया मन शांत हो जाएगा। गौड़ी राग विच शब्द उचारदे फरमाया कि भले लोक मन उदों तक नहीं टिक सकदा जद तक यह तृष्णा दा संग करदा है। ਇਹ ਨਾਲ क्रोध रल के ਤਾਂ मत ही मार दिंदा है ਅਤੇ ਗਿਆਨ ਰਹਿੰਦਾ ਹੀ नहीं। एक गल होर चंगी तरह समझ लैनी चाहिदी है कि जतनां नाल नहीं मेहर सदका मन टिकदा है। साधो ਇਹ मन गयो न जाई चंचल तृष्णा संग बस्त है। या ते थिर न रहाई रहाओ कठन क्रोध घटते ही भीतर जह सुध सब बिसराई। रतन ज्ञान सब को हर लीना तां स्यो कछ न बसाई। जोगी जतन करत सब हारे गुणी रहे गुण गाए। जन नानक हर भये दयाला त्यों सब बिद बनाई। उत्थे ही एक होर जग्यासू ने पूछया, महाराज रोज सुनते हाँ पर भाव अर्थ पल्ले नहीं पैंदे, सुनन गाउण विच चित नहीं लगता। नवें पातशाह ने फरमाया, शब्द सुनदियां आपे वल ध्यान नहीं रखना चाहिए। मनुख दे हिरदे हरि दा निवास नहीं हुंदा, क्योंकि उत्थे तां किसे दुनियावी खाहिश दा वासा है। चित माया सुरत इस्त्री विच है। भावें यह सब छलावा है पर मनुख इस पिछे भज्जा जांदा है। कोई विरला यह जानदा है कि छलावे पिछे भज्जिया मायूसी तो सिवा हथ कुछ नहीं आउण लगा। चौमासा गुरु जी ने पटना साहिब ही कट्टिया। बारिश थमण उपरंत आप जी ने असाम वल जाण दा इरादा दस्या। माता नानकी जी अते परिवार दे होरनां रिश्तेदारां ने रोकना चाहया, पर आपने यह ही कहा कि सिख पहला हन जो कई चिरां तो उड़ीक रहे हन। मामा किरपाल चंद, भाई संगतिया अते भाई दयाल दास जी नूं अते होर पटने दे प्रसिद्ध सिख भाई राम राय, भाई दरबारी, भाई मेहर चंद, भाई मुरलीधर, भाई सिंघा, भाई दरिया नूं जिम्मेवारी सौंपी। जो हुक्मनामा आपने राह विचों पटना साहिब की संगत दे नाल लिखिया, उस विच जिथे यह अते होर नां हन उत्थे खास करके बेबे पेड़ी बाई दा भी जिक्र गुरु जी ने कीता है। हुक्मनामिਆਂ विच होर भावें पटना साहिब दे किसी सिख दा नां रह जाए, पर बेबे पेड़ी बाई दा उचेच करके लिखिया है। पूरा इंतजाम करन वाले हुक्मनामे वधाई मिली अते फिर पटना साहिब की संगत सेवा गोबिंद दास दी करदी है। तिन्नां विच पेड़ी बाई दा नां है। यह गुरु जी दी ना सिर्फ एक शरधालू माई सी सगों प्रसिद्ध दाई भी सी। उसका जिक्र करना यह दर्शाउण लई काफ़ी है कि गुरु जी तपियां विच तपी अते गृह सती मह बड़े गृह सती सन। पिछों गुरु गोबिंद सिंह ने एक हुक्मनामा भी उसकी लड़की दाई लाडो अते भाई राम राय दे नां पटना साहिब लिखिया, जिसका जिक्र है कि दाई लाडो अते भाई राम राय जी का भेजा दरबारी शोभा चंद आनंदपुर पुज्जा। इस हुक्मनामे दे शब्द जो राह मुकाम तो आप जी ने पटना साहिब के प्रसिद्ध सिखां दे नां लिखिया उचेचे ध्यान नाल पढ़न वाले हन। महाराज ने अपने हत्थी लिखिया, कोई अवर हवेली होवे बड़ी होवे तिस में कबीले हमारे रखने, संगत के गुरु रुजगार मुँह बरकत करेगा, सेवा का वेला है। फिर इसे हुक्मनामे दे उत्ते ही एक पासे यह लिखिया कि पटना साहिब की संगत नूं मंगेर तो कूच करके जद नौवें पातशाह अगे चले तां उचेचा हुक्म आया कि जद तक हरमंदर ना बने तद तक कबीले बड़ी हवेली अच्छी लैके रखना। यादाश्त वजों यह जवानी आया हुक्म सांभ रखिया ताकि प्रगट रहे कि गुरु जी गृहसत की जिम्मेवारी भी किस सुचज्जता नाल निभा रहे सन। फिर जद ढाका विखे साहिब गुरु गोबिंद जी के जन्म की खबर पुजी तां फिर आप जी ने हर उगे सिख दे नां हुक्मनामा लिखिया। जिवें पटने की संगत ने गोबिंद दास दे प्रकाश होने ते खुशी मनाई है, बेअंत खर्च किया है। यह गुरु जी दरगाह थाई पवेगा, कौडी मोहर होए मिलेगी। पटना साहिब जी नूं आप जी ने गुरु का घर कहा, सरोपा भी भेजिया। यह सब दर्शाउंदा है कि गुरु व्यक्तियां गृहसत विच किस खूबी नाल विचर रहीआं सन। गुरु तेग बहादुर जी के गृहसती जीवन ते हुक्मनामिਆਂ ने बहुत सोहनी रोशनी पाई है। इस हुक्मनामे के शब्द सन, सरबत संगत पटने की जिन सिख वाहिगुरु किया है तिसके मनोरथ पूरे होवणगे।
गोविंद दास की वधाई ऊपर संगत खर्च किया। गुर की दरगाह ठाए पया, रुपए की मोहर थाए पड़ी। पीछे सेवा कीती सो थाए पई, आगे जो सेवा करेगा तिसका भला होग। संगत के रुजगार मो बरकत होग। भाई जी सरपाऊ भेजिया है, पटना गुरु का घर है, संगत का भला होग। इसे तरह एक होर हुक्मनामे विच संगत सेवा गोविंद दास की करती है, सेवा संगत की गुरु की दरगाह थाए पड़ेगी लिखिया। इन्हां ते होर हुक्मनामे तो प्रगट है कि वह बालक दे जन्म संभाल रखिया वल किन्ना ध्यान दे रहे सन। पिछों विद्या वल भी अचेचा ध्यान दिता। इसे लई तां गुरु गोबिंद सिंह जी ने बचित्र नाटक विच लिखिया है, कीनी अनेक भांत तन रच्छा, दीनी भांत भांत की सिच्छा। इत्थे ही एक होर हुक्मनामे का जिक्र कर देना भी उचित होवेगा, जिस विच गुरु गोबिंद जी दे पटना विखे कीते कौतकां नूं ना सिर्फ भला किहा शबाश दित्ती, सगों सरबੱਤ संगत नूं चेतावनी भी। साखी इस तरह है कि गुरु गोबिंद सिंह जी नाल पटना साहिब दी संगत जिवें लाड़ लड़ा रही सी, संभाल कर रही सी, रखिया कर रही सी, उस तो उन्हां दा जिथे प्यार ते शरधा प्रगट हुंदी है, उत्थे फिक्र भी। गुरु गोबिंद जी जद रताकू वड्डे होए तां साथी हाणियां दीआं ढाणियां बना के जंगी खेडां खेडण लग पए। अपने हाणियां विच आत्म गौरव भरन लई ओह रोज़ शाहां नवाबां काजियां ते फौजदारां सामणे डट खलोण दा उपदेश दिंदे। राह ਜਾਂਦੇ नवाब जां फौजदार नूं सलाम ਕਰਨ ਤੋਂ ਨਾ ਸਿਰਫ ਹੋੜਦੇ, ਸਗੋਂ ਮੂੰਹ ਬਣਾਉਣ ਲਈ ਵੀ ਕਹਿੰਦੇ ਅਤੇ ਨਵਾਬ ਦੀ ਸਵਾਰੀ ਲੰਘਣ ਵੇਲੇ ਤਣਕੇ ਖਲੋਣ ਦਾ ਵੱਲ ਸਿਖਾਉਂਦੇ। ਪਟਨਾ ਸਾਹਿਬ ਦੀ ਸੰਗਤ ਕੁਝ ਫਿਕਰਮੰਦ ਹੋ ਗਈ, ਕਿਉਂਕਿ ਐਸੀਆਂ ਖਬਰਾਂ ਆ ਚੁੱਕੀਆਂ ਸਨ ਕਿ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਚੋਰ ਦੀ ਝੂਠੀ ਖੇਡ ਖੇਡਣ ਵਾਸਤੇ ਸੋਨੀਪਤ ਦੇ 4 ਬੱਚਿਆਂ ਨੂੰ ਜਾਨੋਂ ਹੀ ਮਾਰ ਦਿੱਤਾ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਕਰੜੀਆਂ ਸਜ਼ਾਵਾਂ ਦਿੱਤੀਆਂ। ਇਹ ਘਟਨਾ ਮੁਆਸਰੇ ਆਲਮਗੀਰੀ ਦੇ ਲਿਖਣ ਅਨੁਸਾਰ 1662 ਦੀ ਹੈ। ਸੋ ਪਟਨਾ ਸਾਹਿਬ ਦੀ ਸੰਗਤ ਦਾ ਚਿੰਤਾਤੁਰ ਹੋਣਾ ਕੁਦਰਤੀ ਸੀ ਕਿ ਕੋਈ ਬਾਲਕ ਗੁਰੂ ਤੇ ਵੀ ਹੱਥ ਨਾ ਉਠਾ ਦੇਵੇ। ਸੋ ਸਿੱਖਾਂ ਗੁਰੂ ਤੇਗ ਬਹਾਦਰ ਜੀ ਨੂੰ ਅਨੰਦਪੁਰ ਸਾਹਿਬ ਚਿੱਠੀ ਲਿਖੀ ਕਿ ਬਾਲਕ ਨੂੰ ਸਮਝਾਓ ਕਿ ਐਸੀਆਂ ਖੇਡਾਂ ਨਾ ਖੇਡੇ। ਧੰਨ ਗੁਰੂ ਤੇਗ ਬਹਾਦਰ ਜੀ ਭੈ ਕਾਹੂ ਕਿਉਂ ਦੇਤ ਨਹੀਂ, ਨਹੀਂ ਭੈ ਮਾਨਤ ਆਣ ਦਾ ਉਪਦੇਸ਼ ਦੇਣ ਵਾਲੇ 9ਵੇਂ ਪਾਤਸ਼ਾਹ ਨੇ ਜੋ ਹੁਕਮਨਾਮਾ ਪਟਨਾ ਸਾਹਿਬ ਦੀ ਸੰਗਤ ਦੇ ਨਾਂ ਲਿਖਿਆ, ਉਹ ਉਹਨਾਂ ਦੀ ਸ਼ਖਸੀਅਤ ਦੀ ਦ੍ਰਿੜਤਾ ਅਤੇ ਗੁਰੂ ਕਾ ਕਾਰਜ ਪ੍ਰਗਟਾਉਂਦਾ ਹੈ। गुरु जी ने लिखा, जो गोबिंद किया भला किया, अवल तो सरकारी एहलकार को सलाम नहीं कहना, घर आए ही बैठे तां पवांदी देनी, सिरहांदी नहीं। यह राजा कौन सी? गुरु तेग बहादुर जी ने ढाका वाल जांदियां राह मुकाम तो जो हुक्मनामे लिखे उन्हां विच एक राजे का जिक्र किया है। एक हुक्मनामे विच उन्हां भाई दयालदास, भाई राम राय, भाई दरबारी, भाई डेढ़ मल दे नां लिखिया। कूच किए हमको 4 दिन हुए हैं, राजा जी के कूच किए 7 रोज हुए, ते तुम्हारे वास्ते हमने मुकाम किए हैं। रात रात करके बहुत सिताबी साथ हमारे पास आए पहुँचना, दौड़न वाला कोसा करके 8 पहर मो आए पहुँचना, ढील पाओ घड़ी की नहीं करनी। दूजे विच लिखते हैं, असी परे राजा जी के साथ गए हाँ। यह सवाल उठता है कि यह राजा जी कौन सन जिसका जिक्र महाराज ने कई बारी किया है। सिख साखीकारा उसनूं बिशन सिंह जोधपुरिया दसदे हन, जिसका गया भी मिलन का जिक्र आया सी। बिशन सिंह का अजे जन्म भी नहीं सी होया, कई मान सिंह जां मान सिंह की संतान करके लिखा है। आलमगीरनामा विच मान सिंह नां दा कोई राजा नहीं, दखण विच उसकी रियासत कही जाती सी, पर समकाली लिखतां विच कोई वर्णन नहीं। मैलकम अते आर्चर ने जय सिंह लिखिया है, यह भी ठीक नहीं लगता। जय सिंह उस समय दखण विच सी अते दखण तो 23 मार्च 1667 नूं दिल्ली वाल तुरिया सी अते राह विच ही बुहारनपुर दे स्थान ते 28 अगस्त 1667 उसकी मौत हो गई सी। एक होर राजा सबन दा भी नां दिता जांदा है। ओह शाइस्ता खान दे पुत्र उमैद खान नाल दसंबर 24 1665 ਨੂੰ चिटागांग ਦੀ ਮੁਹਿੰਮ ਤੇ ਚੜਿਆ ਸੀ, ਪਰ ਇਹ ਜੱਚਦਾ ਨਹੀਂ ਕਿਉਂਕਿ ਗੁਰੂ ਜੀ ਦਸੰਬਰ 1665 ਨੂੰ ਅਜੇ ਦਿੱਲੀ ਤੋਂ ਹੀ ਟੁਰੇ ਸਨ। ਮੈਕਾਲਫ ਦਾ ਖਿਆਲ ਹੈ ਕਿ ਇਹ ਰਾਜਾ ਰਾਮ ਸਿੰਘ ਅੰਬਰ ਹੀ ਹੈ।
ਇਹ ਹੀ ਠੀਕ ਲੱਗਦਾ ਹੈ। ਇਹ ਤਾਂ ਸਭ ਜਾਣਦੇ ਹਨ ਕਿ ਰਾਜਾ ਰਾਮ ਸਿੰਘ ਦੇ ਘਰ ਨਾਲ ਸਿੱਖ ਘਰ ਦੇ ਸਬੰਧ ਪਿਛਲੀ ਪੀੜ੍ਹੀ ਤੋਂ ਚੱਲੇ ਆ ਰਹੇ ਹਨ ਅਤੇ ਹਰ ਕੋਈ ਰਾਜਾ ਜੀ ਤੋਂ ਸਮਝ ਜਾਏਗਾ ਕਿ ਉਹ ਰਾਜਾ ਰਾਮ ਸਿੰਘ ਹੈ। ਜੇ ਕੋਈ ਹੋਰ ਰਾਜਾ ਹੁੰਦਾ ਤਾਂ ਗੁਰੂ ਜੀ ਉਸ ਦਾ ਨਾਂ ਲਿਖ ਦਿੰਦੇ। ਦੂਜੀ ਗੱਲ, ਰਾਜਾ ਰਾਮ ਸਿੰਘ 27 ਦਸੰਬਰ 1666 ਨੂੰ ਅਸਾਮ ਦੀ ਮੁਹਿੰਮ ਤੇ ਜਾਣ ਦਾ ਹੁਕਮ ਔਰੰਗਜ਼ੇਬ ਨੇ ਦਿੱਤਾ, ਜੋ ਇੱਕ ਪ੍ਰਕਾਰ ਦੀ ਸਜ਼ਾ ਹੀ ਸੀ। ਉਸ ਵੇਲੇ ਗੁੱਸੇ ਵਿੱਚ ਔਰੰਗਜ਼ੇਬ ਨੇ ਇਹ ਵੀ ਕਿਹਾ ਕਿ ਅੱਗੇ ਤੋਂ ਗੁਰੂ ਤੇਗ ਬਹਾਦਰ ਨੂੰ ਜਾਣ ਦਿੱਤਾ, ਹੁਣ ਸ਼ਿਵਾ ਜੀ ਨੂੰ ਨਸਾ ਦਿੱਤਾ। ਰਾਜਾ ਰਾਮ ਨੇ ਟੁਰਦੇ ਹੀ ਸੁਨੇਹਾ ਗੁਰੂ ਤੇਗ ਬਹਾਦਰ ਜੀ ਨੂੰ ਭੇਜਿਆ ਕਿ ਇਸ ਮੁਹਿੰਮ ਵਿੱਚ ਸਹਾਇਤਾ ਕਰਨ। ਗੁਰੂ ਜੀ ਅਕਤੂਬਰ 1666 ਨੂੰ ਪਟਨਾ ਸਾਹਿਬ ਤੋਂ ਬਾਂਡ ਗਾਉਂ ਅਤੇ ਮੁੰਗੇਰ ਵੱਲ ਚੱਲ ਪਏ ਸਨ ਅਤੇ ਰਾਜਾ ਰਾਮ ਸਿੰਘ ਦੀ ਮੁਲਾਕਾਤ ਰਾਹ ਵਿੱਚ ਹੋਈ ਹੋਵੇਗੀ। ਢਾਕਾ ਪੁੱਜਣ ਉਪਰੰਤ 1668 ਦੇ ਪਹਿਲੇ ਅੱਧ ਗੁਰੂ ਜੀ ਉਸ ਨਾਲ ਅਸਾਮ ਦੀ ਮੁਹਿੰਮ ਤੇ ਉਸ ਦੀ ਸਹਾਇਤਾ ਵਜੋਂ ਗਏ, ਸੋ ਇਹ ਰਾਜਾ ਰਾਮ ਸਿੰਘ ਹੀ ਸੀ। ਗੁਰੂ ਤੇਗ ਬਹਾਦਰ ਜੀ ਦਾ ਪਟਨਾ ਸਾਹਿਬ ਟਿਕ ਕੇ ਪ੍ਰਚਾਰ ਕਰਨ ਦਾ ਪ੍ਰਭਾਵ ਜਿੱਥੇ ਸੰਗਤਾਂ ਤੇ ਪਿਆ, ਉੱਥੇ ਉੱਥੋਂ ਦੇ ਨਵਾਬ ਰਹੀਮ ਬਖਸ਼ ਅਤੇ ਇਰਦ ਗਿਰਦ ਦੇ ਨਵਾਬਾਂ ਨੇ ਉਹਨਾਂ ਦੀ ਸ਼ਖਸੀਅਤ ਅੱਗੇ ਸਿਰ ਝੁਕਾਇਆ। ਸਸਰਾਮ ਦੇ ਨਵਾਬ ਨੇ 52 ਵਿਗੇ ਖਾਮ ਜਰੀਬ ਦਾ ਪੱਟਾ ਗੁਰੂ ਜੀ ਦੇ ਨਾਲ ਕੀਤਾ ਤਾਂ ਕਿ ਜ਼ਮੀਨ ਦੀ ਆਮਦਨ ਨਾਲ ਸੰਗਤ ਅਤੇ ਧਰਮਸ਼ਾਲਾ ਦੀ ਦੇਖਭਾਲ ਹੁੰਦੀ ਰਹੇ। ਇੱਕ ਫਰਮਾਨ ਰਾਹੀਂ ਪਟਨਾ ਸਾਹਿਬ ਦੀ ਮਹਿਸੂਲ ਚੁੰਗੀ ਉਗਰਾਉਣ ਦੀ ਆਗਿਆ ਵੀ ਦਿੱਤੀ। 2 ਦਮੜੀ ਗੱਡਾ ਜਿਸ ਤੇ ਅੰਨ ਘੀ ਮਸਾਲਾ ਲੱਦਿਆ ਹੋਵੇ ਅਤੇ 1 ਦਮੜੀ ਜਿਸ ਤੇ ਹੋਰ ਮਾਲ ਕੱਪੜੇ ਆਦਿ ਹੋਣ। ਹੋਰ ਪਿੰਡ ਚੂਰੀਆਂ ਦਾ ਸਾਰਾ ਇਲਾਕਾ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਹੇਠ ਹੀ ਕਰਾ ਦਿੱਤਾ ਸੀ ਤਾਂ ਕਿ ਧਰਮਸ਼ਾਲਾ ਵਿੱਚ ਆਏ ਗਏ ਸਾਧੂ ਫਕੀਰਾਂ ਲਈ ਜੋ ਲੰਗਰ ਲੱਗਾ ਹੋਇਆ ਹੈ ਸਦਾ ਚੱਲਦਾ ਰਹੇ ਅਤੇ ਹੋਰ ਸਮਾਨ ਦੀ ਥੁੜ ਨਾ ਆਏ ਅਤੇ ਖੈਰਾਤੀ ਕੰਮ ਹੁੰਦੇ ਰਹਿਣ। ਜਿਨ੍ਹਾਂ ਲੋਕਾਂ ਨੇ ਅਣਜਾਣ ਪੁਣੇ ਵਿੱਚ ਗੁਰੂ ਜੀ ਨੂੰ ਇੱਕ ਲਟੇਰਾ ਲਿਖਿਆ, ਉਹਨਾਂ ਦੀਆਂ ਅੱਖਾਂ ਇਹ ਜਗੀਰ ਦਾ ਦਿੱਤਾ ਜਾਣਾ, ਮਹਿਸੂਲ ਚੁੰਗੀ ਉਗਰਾਉਣ ਦੀ ਖੁੱਲ੍ਹ ਅਤੇ ਪੂਰੇ ਪਿੰਡਾਂ ਦਾ ਹੀ ਨਾਂ ਲਗਾ ਦੇਣਾ ਪੜ੍ਹ ਕੇ ਖੁੱਲ੍ਹ ਜਾਣੀਆਂ ਚਾਹੀਦੀਆਂ ਹਨ। ਅਕਤੂਬਰ 1666 ਨੂੰ ਗੁਰੂ ਤੇਗ ਬਹਾਦਰ ਜੀ ਢਾਕਾ ਵੱਲ ਚੱਲ ਪਏ। ਭਾਈ ਮਤੀ ਦਾਸ, ਭਾਈ ਸਤੀ ਦਾਸ, ਬਾਬਾ ਗੁਰਦਿੱਤਾ ਜੀ ਅਤੇ ਕੀਰਤਨੀ ਆਪ ਜੀ ਦੇ ਨਾਲ ਸਨ। 4 ਕੋਹ ਤੇ ਪਹਿਲਾਂ ਟਿਕਾਣਾ ਕੀਤਾ। ਅਗਲੇ ਦਿਨ ਫਤੂਆ ਠਹਿਰਦੇ ਹੋਏ ਬਡਗਾਂਵ ਪੁੱਜੇ। ਇਹ ਵੀ ਗੰਗਾ ਕਿਨਾਰੇ ਵਸਿਆ ਨਗਰ ਹੈ। ਗੁਰਦੁਆਰਾ ਛੋਟੀ ਸੰਗਤ ਤੇ ਬੜੀ ਸੰਗਤ ਹੈ। ਉੱਥੇ ਇੱਕ ਪੁਰਾਤਨ ਜਨਮ ਸਾਖੀ ਵੀ ਪਈ ਹੈ ਜਿਸ ਤੇ ਲਿਖਿਆ ਹੈ ਕਿ ਪੈੜੇ ਮੁਖੇ ਨੇ 2 ਮਹੀਨੇ 17 ਦਿਨ ਲਗਾ ਕੇ ਲਿਖੀ। ਉੱਥੇ ਸੰਗਤਾਂ ਦਰਸ਼ਨਾਂ ਲਈ ਪੁੱਜੀਆਂ। ਉੱਥੋਂ ਮੁੰਗੇਰ ਸ਼ਹਿਰ ਜੋ ਗੰਗਾ ਕਿਨਾਰੇ ਹੈ ਆ ਟਿਕੇ। ਪਰਿਵਾਰ ਦਾ ਪੂਰਾ ਧਿਆਨ ਰੱਖਣ ਦਾ ਹੁਕਮਨਾਮਾ ਇੱਥੋਂ ਲਿਖਿਆ। ਸੰਗਤਾਂ ਨੂੰ ਪਿੱਛੇ ਭਾਈ ਦਿਆਲ ਦਾਸ ਜੀ ਦੀ ਅਗਵਾਈ ਹੇਠ ਤੁਰਨ ਦਾ ਹੁਕਮ ਵੀ ਨਾਲ ਨਾਲ ਭੇਜ ਰਹੇ ਸਨ। ਬਹੁਤ ਵਾਰੀ ਕੇਵਲ ਭਾਈ ਦਿਆਲ ਦਾਸ ਜੀ ਨੂੰ ਭਾਈ ਕਰਕੇ ਵੀ ਲਿਖਿਆ ਹੈ। ਹਰ ਨਾਂ ਨਾਲ ਗੁਰੂ ਜੀ ਭਾਈ ਲਿਖਦੇ ਸਨ। ਜਿੱਥੇ ਆਪ ਨੇ ਟਿਕਾਣਾ ਕੀਤਾ ਉਹ ਹੁਣ ਪੀਪਲ ਪਾਤੀ ਪੱਕੀ ਸੰਗਤ ਮੁੰਗੇਰ ਕਰਕੇ ਜਾਣੀ ਜਾਂਦੀ ਹੈ। ਬਾਬਾ ਪਰਦੇਸੀ ਰਾਮ ਨੇ ਸਿੱਖੀ ਧਾਰੀ। ਕਈ ਬ੍ਰਾਹਮਣ ਸਿੱਖੀ ਦਾਇਰੇ ਵਿੱਚ ਆਏ। ਉੱਥੋਂ ਸਾਹਿਬਗੰਜ ਭਾਗਲਪੁਰ ਹੁੰਦੇ ਰਾਜ ਬਹਿਲ ਬਾਹਰੋਂ ਹੀ ਦੀਵਾਨ ਲਗਾ ਕੇ ਚਲੇ ਗਏ। ਕਾਰਨ ਇਹ ਸੀ ਕਿ ਗੁਰੂ ਜੀ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੀ ਆਊ ਭਗਤ ਲਈ ਮਾਇਆ ਇਕੱਠੀ ਕੀਤੀ ਜਾ ਰਹੀ ਹੈ। ਗੁਰੂ ਜੀ ਨੂੰ ਅਜਿਹਾ ਚੰਗਾ ਨਹੀਂ ਲੱਗਾ। ਉਹ ਤਾਂ ਸਿੱਖਾਂ ਦੀ ਸ਼ਰਧਾ ਪੂਰਨ ਆ ਰਹੇ ਸਨ, ਨਾ ਕਿ ਪੂਜਾ ਇਕੱਠੀ ਕਰਨ। ਰਾਜ ਮਹਿਲ ਦੀ ਸੰਗਤ ਨੇ ਬਹੁਤ ਅਫਸੋਸ ਕੀਤਾ ਅਤੇ ਬਾਹਰ ਹੀ ਦਰਸ਼ਨਾਂ ਨੂੰ ਆਏ। ਨਗਰ ਵਿੱਚ ਗੁਰੂ ਜੀ ਨਾ ਗਏ। ਉੱਥੋਂ ਮਹਿਲ ਗਾਉਂ ਕੁੰਤਲ ਨਗਰ ਮਲੰਦਾ ਪੁੱਜੇ। ਮਲੰਦਾ ਹੀਰਿਆਂ ਦੇ ਵਪਾਰ ਦੀ ਮੰਡੀ ਸੀ ਅਤੇ ਸੂਫੀਆਂ ਦਾ ਕੇਂਦਰ। ਸਿੱਖ ਵਪਾਰੀਆਂ ਨੇ ਹੀਰੇ ਤੇ ਜਵਾਹਰਾਤ ਗੁਰੂ ਚਰਨਾਂ ਵਿੱਚ ਭੇਂਟ ਕੀਤੇ। ਉੱਥੋਂ ਨਲਹਟੀ ਅਤੇ ਫਿਰ ਮਕਸੂਦਪੁਰਾ, ਜਿਸ ਨੂੰ ਹੁਣ ਮੁਰਸ਼ਦਾਬਾਦ ਕਹਿੰਦੇ ਹਨ, ਗੁਰੂ ਜੀ ਨੇ ਪੜਾਅ ਕੀਤਾ। ਰੇਸ਼ਮ ਬੌਣੇ ਸਿੱਖਾਂ ਦੇ ਮੁਹੱਲੇ ਟਿਕੇ। ਕਿਰਤੀ ਸਿੱਖਾਂ ਨੇ ਸ਼ਰਧਾ ਦੇ ਪੂਰਨੇ ਪਾਏ। ਸਭ ਇਲਾਕਾ ਦਰਸ਼ਨਾਂ ਨੂੰ ਆਇਆ। 5 ਦਿਨ ਗੁਰੂ ਜੀ ਉੱਥੇ ਟਿਕੇ। ਗੁਰੂ ਜੀ ਨਾਲ ਸੰਗਤਾਂ ਦੀ ਗਿਣਤੀ ਵੱਧ ਰਹੀ ਸੀ, ਪਰ ਸਿੱਖ ਰਲ ਕੇ ਬਹੁਤ ਸੇਵਾ ਕੀਤੀ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਕਿ ਜਦ ਗੁਰੂ ਜੀ ਮਲੰਦਾ ਪੁੱਜੇ ਤਾਂ ਇਹ ਦੇਖ ਹੈਰਾਨ ਹੋਏ ਕਿ ਅਜੇ ਵੀ ਲੋਕ ਕਬਰ ਪੂਜਦੇ ਹਨ। ਪੰਡੂਏ ਗਾਂਵ ਕਿਸੇ ਮਖਦੂਮ ਦੀ ਕਬਰ ਦੀ ਪੂਜਾ ਹੁੰਦੀ ਸੀ ਅਤੇ ਪਿੱਛੋਂ ਲੱਗ ਕਈ ਸਿੱਖ ਵੀ ਮੇਲੇ ਤੇ ਜਾਂਦੇ ਸਨ। ਆਪ ਜੀ ਨੇ ਵਰਜਿਆ ਅਤੇ ਕਬਰ ਦੀ ਮੰਨਤ ਆਦਿ ਨੂੰ ਸਿੱਖੀ ਦੇ ਵਿਰੁੱਧ ਕਿਹਾ। ਉੱਥੇ ਇੱਕ ਹਲਵਾਈ ਸਿੱਖ ਨੇ ਸਾਰੀ ਸੰਗਤ ਦੀ ਸੇਵਾ ਕੀਤੀ। ਢਾਕਾ ਮਲੰਦਾ ਤੋਂ ਢਾਕਾ ਦਾ ਪੈਂਡਾ ਜੋ 250 ਕੁ ਮੀਲ ਦਾ ਸੀ, ਕੁਝ ਦਿਨਾਂ ਵਿੱਚ ਤੈਅ ਕਰ 1667 ਈਸਵੀ ਦੀ ਮਾਰਚ ਨੂੰ ਢਾਕਾ ਪੁੱਜੇ।
ਰਾਹ ਵਿੱਚ ਗੋਪਾਲਪੁਰ, ਪਵਨਾ, ਗੋਡਾਗਰੀ ਅਤੇ ਹੋਰ ਥਾਵਾਂ 'ਤੇ ਸੰਗਤਾਂ ਨੂੰ ਨਿਹਾਲ ਕਰਦੇ ਗਏ। ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਵੇਲੇ ਢਾਕਾ ਵਿਖੇ ਸੰਗਤ ਕਾਇਮ ਕਰ ਦਿੱਤੀ ਸੀ। ਉੱਥੇ ਹੀ ਨੂਰ ਨਿਸਾ ਨੂੰ ਜੀ ਦਾਨ ਦਿੱਤਾ ਸੀ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ ਉਹ ਧਨ ਮੰਡੀ ਰੇਅਰ ਬਾਜ਼ਾਰ ਵਿੱਚ ਹੈ। ਉੱਥੇ ਹੀ ਗੁਰਦੁਆਰਾ ਹੈ ਜਿਸ ਨੂੰ ਹੁਣ ਨਵੇਂ ਸਿਰੇ ਉਸਾਰਿਆ ਜਾ ਰਿਹਾ ਹੈ। ਗੁਰੂ ਅਮਰਦਾਸ ਜੀ ਨੇ ਜਦ 22 ਮੰਜੀਆਂ ਕਾਇਮ ਕੀਤੀਆਂ ਸਨ ਤਾਂ ਇੱਥੇ ਵੀ ਇੱਕ ਮੰਜੀ ਕਾਇਮ ਕੀਤੀ ਸੀ। ਗੁਰੂ ਹਰਗੋਬਿੰਦ ਜੀ ਵੇਲੇ ਭਾਈ ਅਲਮਸਤ ਜਹਾਂਗੀਰਾਬਾਦ ਆਏ ਸਨ ਅਤੇ ਪ੍ਰਚਾਰ ਕੇਂਦਰ ਬਣਾ ਕੇ ਭਾਈ ਨੱਥਾ ਜੀ ਨੂੰ ਪ੍ਰਚਾਰ ਦਾ ਕਾਰਜ ਸੌਂਪ ਗਏ ਸਨ। ਹੁਣ ਗੁਰੂ ਤੇਗ ਬਹਾਦਰ ਜੀ ਵੇਲੇ ਭਾਈ ਨੱਥਾ ਜੀ ਖੜਕੇ ਦੜਕੇ ਨਾਲ ਪ੍ਰਚਾਰ ਕਰ ਰਹੇ ਸਨ। ਭਾਈ ਬੁਲਾਕੀ ਦਾਸ ਅਤੇ ਉਹਨਾਂ ਦੀ ਮਾਂ ਨਿੱਤ ਸੰਗਤ ਵਿੱਚ ਗੁਰੂ ਜਸ ਗਾ ਗੁਰੂ ਚਰਨਾਂ ਨਾਲ ਸੰਗਤਾਂ ਨੂੰ ਜੋੜੀ ਰੱਖਦੇ ਸਨ। ਗੁਰੂ ਖਜ਼ਾਨੇ ਲਈ ਭੇਟਾ ਭੇਜ ਅਤੇ ਭਿਜਵਾ ਕੇ ਖੁਸ਼ੀਆਂ ਲੈਂਦੇ ਸਨ। ਜਦ ਪਟਨਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਨੇ ਪੰਜਾਬ ਜਾਣਾ ਸੀ ਤਾਂ ਸੋਨੇ ਦੀ ਪਾਲਕੀ ਢਾਕਾ ਦੀ ਸੰਗਤ ਨੇ ਹੀ ਭੇਜੀ ਸੀ। ਫਿਰ ਜਦ ਅਨੰਦਪੁਰ ਜੰਗਾਂ ਸ਼ੁਰੂ ਹੋ ਗਈਆਂ ਤਾਂ ਇਹ ਢਾਕਾ ਹੀ ਸੀ ਜੋ ਜੰਗੀ ਹਾਥੀ ਅਤੇ ਹੋਰ ਜੰਗੀ ਸਮਾਨ ਭੇਜਦਾ ਰਿਹਾ। ਗੁਰੂ ਤੇਗ ਬਹਾਦਰ ਦੇ ਢਾਕਾ ਦੀ ਸੰਗਤ ਨੂੰ ਲਿਖੇ ਹੁਕਮਨਾਮਿਆਂ ਵਿੱਚ ਭਾਈ ਭਾਗਮਲ, ਭਾਈ ਸ਼ਬੀਲ ਦਾਸ, ਸਾਦੜੀ ਮੱਲ ਦਾ ਵੀ ਜ਼ਿਕਰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਈ ਹੁਕਮਨਾਮੇ ਇੱਥੋਂ ਦੀ ਸੰਗਤ ਦੇ ਨਾਮ ਲਿਖੇ। ਸੰਗਤ ਗੁਰਦਰਸ਼ਨਾਂ ਦੀ ਉਡੀਕ ਵਿੱਚ ਰੋਜ਼ ਹੀ ਗੁਰੂ ਜੀ ਦਾ ਪੁੱਜਣਾ ਸੁਣਦੀ ਰਹਿੰਦੀ ਸੀ। ਮੇਵੜੇ ਉਹਨਾਂ ਦੇ ਪੂਜਨ ਦੀ ਸਰੋਤ ਦਿੰਦੇ ਰਹਿੰਦੇ ਸਨ। ਇਮ ਕੇਤਕ ਦਿਨ ਮਹਿ ਗੁਸਾਈ, ਢਾਕੇ ਪਹੁੰਚੇ ਦਲ ਸਮੁਦਾਈ, ਢਾਕੇ ਨਗਰ ਮਝਾਰ ਮਸੰਦਾ, ਬਸਹਿ ਬੁਲਾਕੀ ਦਾਸ ਬਿਲੰਦਾ। ਭਾਈ ਬੁਲਾਕੀ ਦਾਸ ਨੇ ਟਿਕਾਣਾ ਸੰਗਤ ਟੋਲਾ ਵਿੱਚ ਕਰਵਾਇਆ। ਭਾਈ ਨੱਥਾ ਜੀ ਬਾਰੇ ਇਹ ਪ੍ਰਸਿੱਧ ਸੀ ਕਿ ਉਹ ਕੁਝ ਖਰਮਾ ਬੋਲਦੇ ਅਤੇ ਪ੍ਰਚਾਰ ਨਿਝੱਕ ਹੋ ਕੇ ਕਰਦੇ ਸਨ। ਗੱਲ ਅਸਲ ਵਿੱਚ ਇਹ ਸੀ ਕਿ ਉਹ ਜੇ ਰਤਾ ਵੀ ਕੋਈ ਮਨਮਤ ਕੁਰੀਤੀ ਜਾਂ ਅਜਿਹਾ ਕਰਮ ਦੇਖਦੇ ਜੋ ਗੁਰੂ ਦਰ ਤੋਂ ਸੰਗਤ ਨੂੰ ਦੂਰ ਲੈ ਜਾਂਦਾ ਤਾਂ ਬਹੁਤ ਗੁੱਸੇ ਹੁੰਦੇ, ਗਾਲਾਂ ਤੱਕ ਕੱਢਣ ਲੱਗ ਪੈਂਦੇ। ਜਦ ਗੁਰੂ ਜੀ ਢਾਕਾ ਪੁੱਜੇ ਤਾਂ ਕੁਝ ਲੋਕਾਂ ਨੇ ਉਹਨਾਂ ਦੇ ਇਸ ਕੌੜੇ ਸੁਭਾਅ ਦੀ ਸ਼ਿਕਾਇਤ ਕੀਤੀ। ਮਹਾਰਾਜ ਜੀ ਨੇ ਸੰਗਤ ਨੂੰ ਸਮਝਾਇਆ ਕਿ ਭਾਈ ਨੱਥਾ ਜੀ ਦਾ ਹਿਰਦਾ ਸ਼ੀਸ਼ੇ ਵਾਂਗ ਸਾਫ਼ ਹੈ। ਉਸ ਦੀਆਂ ਬਾਹਰਲੀਆਂ ਗਾਲਾਂ ਵੀ ਸੁਧਾਰਨ ਹਿੱਤ ਹੀ ਹਨ। ਪਰ ਫਿਰ ਵੀ ਸੰਗਤ ਦੀ ਤਸੱਲੀ ਕਰਾਉਣ ਲਈ ਉਹਨਾਂ ਭਾਈ ਨੱਥਾ ਜੀ ਕੋਲੋਂ ਪੁੱਛਿਆ ਕਿ ਉਹ ਪ੍ਰਚਾਰ ਕਰਦੇ ਕਰਦੇ ਗਾਲੀਆਂ ਕਿਉਂ ਕੱਢਣ ਲੱਗ ਪੈਂਦੇ ਹਨ। ਬਣੇ ਸੁਭਾਅ ਅਨੁਸਾਰ ਗੁਰੂ ਜੀ ਸਾਹਮਣੇ ਹੀ ਵੱਡੀ ਸਾਰੀ ਗਾਲ ਕੱਢ ਕੇ ਉਹ ਕਹਿਣ ਲੱਗੇ, ਕੌਣ ਹੈ ਇਹ ਕਹਿੰਦਾ? ਵੱਡੀ ਸਾਰੀ ਗਾਲ ਸੁਣ ਮਹਾਰਾਜ ਜੀ ਬਹੁਤ ਹੱਸੇ। ਸੰਗਤਾਂ ਨੂੰ ਦੱਸਿਆ, ਨੱਥਾ ਜੀ ਨਾਮ ਰਤੇ ਹਨ। ਜੇ ਇਹ ਗਾਲ ਵੀ ਕੱਢਣ ਤਾਂ ਦਇਆ ਹੀ ਸਮਝੋ, ਹਿਰਦਾ ਸ਼ੁੱਧ ਹੈ, ਵੈਰ ਨਹੀਂ। ਇਹ ਛਲ ਰਹਿਤ ਸਿੱਧਾ ਫਕੀਰ ਹੈ। ਮਸੰਦ ਬੁਲਾਕੀ ਦਾਸ ਪ੍ਰਚਾਰ ਕਰਕੇ ਸਿੱਖੀ ਦ੍ਰਿੜਾ ਰਿਹਾ ਸੀ। ਉਸ ਦੀ ਮਾਂ ਜੋ ਸ਼ਰਧਾ ਦੀ ਹੀ ਮੂਰਤ ਸੀ, ਉਡੀਕ ਵਿੱਚ ਹੀ ਬੈਠੀ ਸੀ ਕਿ ਕਦ ਗੁਰੂ ਤੇਗ ਬਹਾਦਰ ਜੀ ਆਵਣ ਅਤੇ ਜੋ ਸਿੰਘਾਸਨ ਉਹਨਾਂ ਬਣਾ ਵਿਛਾਇਆ ਹੋਇਆ ਹੈ ਉਸ ਤੇ ਚਰਨ ਰੱਖ ਚਿਰਾਂ ਦੀ ਆਸ ਪੂਰੀ ਕਰਨ। ਮਾਤਾ ਜੀ ਨੇ ਹੱਥੀਂ ਸੂਤ ਕੱਤ ਕੇ ਮਹੀਨ ਵਸਤਰ ਬਣਾਏ ਸਨ ਕਿ ਗੁਰੂ ਜੀ ਨੂੰ ਸਾਹਮਣੇ ਪਹਿਨਾ ਖੁਸ਼ੀਆਂ ਲਵੇਗੀ। ਗੁਰੂ ਜੀ ਨੇ ਉਹਨਾਂ ਦੀ ਸ਼ਰਧਾ ਪੂਰੀ ਕੀਤੀ, ਸਿੰਘਾਸਨ ਤੇ ਬੈਠੇ ਵਸਤਰ ਪਹਿਨਾਏ। ਮਹਾਰਾਜ ਨੇ ਵੀ ਇਹ ਹੀ ਕਿਹਾ ਕਿ ਤੁਹਾਡੇ ਖਿੱਚੇ ਹੋਏ ਹੀ ਇੱਧਰ ਆਏ ਹਾਂ, ਤੇਰੇ ਪ੍ਰੇਮ ਅਤੇ ਨੇਮ ਦੀ ਸੋ ਸੁਣਦੇ ਰਹੇ ਹਾਂ। ਮਾਤਾ ਜੀ ਨੇ ਬੇਨਤੀ ਕੀਤੀ ਕਿ ਇੱਕ ਹੀ ਇੱਛਾ ਹੈ ਕਿ ਸਦਾ ਦਰਸ਼ਨ ਹੁੰਦੇ ਰਹਿਣ। ਮਹਾਰਾਜ ਨੇ ਕਿਹਾ ਕਿ ਐਸਾ ਹੀ ਹੋਵੇਗਾ। ਫਿਰ ਕਿਹਾ, ਮੁਕਤੀ ਦਾ ਰਾਹ ਅੰਦਰ ਹੀ ਹੈ, ਬਾਹਰ ਨਹੀਂ। ਮਨ ਹੀ ਭਟਕਦਾ ਹੈ, ਰੋਜ਼ ਮਨ ਨੂੰ ਸਮਝਾਈਦਾ ਹੈ, ਪਰ ਫਿਰ ਵੀ ਇਹ ਨਸ ਜਾਂਦਾ ਹੈ। ਦੁਨੀਆ ਤੋਂ ਉੱਚਾ ਹੋਣਾ ਹੀ ਉਸ ਨੂੰ ਪਾਉਣਾ ਹੈ। ਗੌੜੀ ਰਾਗ ਵਿੱਚ ਸ਼ਬਦ ਉਚਾਰਦੇ ਫਰਮਾਇਆ, ਕੋਊ ਮਾਈ ਭੂਲਿਓ ਮਨ ਸਮਝਾਵੇ, ਵੇਦ ਪੁਰਾਣ ਸਾਧ ਮਗ ਸੁਨ ਕਰ, ਨਿਮਖ ਨਾ ਹਰ ਗੁਣ ਗਾਵੇ ਰਹਾਉ, ਦੁਰਲਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਰਾਵੇ, ਨਾਨਕ ਮੁਕਤ ਤਾਹੇ ਤੁਮ ਮਾਨੋ, ਜਹ ਘਟ ਰਾਮ ਸਮਾਵੇ। ਪਰ ਮਾਤਾ ਜੀ ਨੇ ਇਹ ਵੀ ਇੱਛਾ ਪ੍ਰਗਟ ਕੀਤੀ ਕਿ ਉਹਨਾਂ ਦੀ ਤਸਵੀਰ ਕਲਾਕਾਰਾਂ ਕੋਲੋਂ ਬਣਵਾ ਕੇ ਕੋਲ ਰੱਖਣੀ ਹੈ। ਗੁਰੂ ਜੀ ਨੇ ਬਹੁਤੇਰਾ ਕਿਹਾ ਕਿ ਤਸਵੀਰ ਸ਼ਬਦ ਦਾ ਬਦਲਾ ਨਹੀਂ ਹੈ, ਪਰ ਉਹ ਇਹ ਹੀ ਕਹੀ ਜਾਏ, ਦਰਸ਼ਨ ਜਬ ਦੇਖਾਂ ਚਾਹੇ ਮੂਰਤ ਦੇਖੋ ਜਾਏ। ਮਹਾਰਾਜ ਨੇ ਸ਼ਰਧਾ ਵਿੱਚ ਭਿੱਜੀ ਮਾਈ ਨੂੰ ਆਗਿਆ ਦਿੱਤੀ ਕਿ ਉਹ ਤਸਵੀਰ ਬਣਵਾ ਲਵੇ। ਬੁਲਾਕੀ ਦਾਸ ਜੀ ਦਾ ਬਹੁਤ ਰਸੂਖ ਸੀ ਅਤੇ ਗੁਰੂ ਜੀ ਦਾ ਆਉਣਾ ਸੁਣ ਨਵਾਬ ਸਾਇਸਤਾ ਖਾਨ ਵੀ ਦਰਸ਼ਨ ਕਰ ਚੁੱਕਾ ਸੀ। ਸਾਇਸਤਾ ਖਾਨ ਨੇ ਆਪ ਵੱਡਾ ਸਿਆਣਾ ਪ੍ਰਸਿੱਧ ਕਲਾਕਾਰ ਭੇਜਿਆ ਕਿ ਮਹਾਰਾਜ ਦੀ ਮੂਰਤ ਉਤਾਰ ਲਵੇ। ਕਲਾਕਾਰ ਆਇਆ, ਉਸ ਤਸਵੀਰ ਬਣਾਉਣੀ ਆਰੰਭੀ। ਉਸਨੇ ਬਾਕੀ ਸਭ ਅੰਗ, ਚਰਨ, ਜੁੱਸਾ, ਬਾਹਾਂ, ਹਸਤ ਕਮਲ, ਬਸਤਰ ਤਾਂ ਬਣਾ ਲਏ,
पर जद चेहरे वाल देखे तां कलम ना उठे, जलाल दी ताब ना लिया सके। उस बड़े यतन कीते पर कलम हत्थों डिग डिग जाए। कई दिन जद इस तरह ही हुंदा रहा तां गुरु तेग बहादुर जी ने उस दे हत्थों कलम लै लई अते अपना चेहरा आप बना दिता। शायद किसी पैगंबर दी यह पहली सैल्फ पोर्ट्रेट है। फिर वह तस्वीर गुरु जी ने माई नूं दिती। महिमा प्रकाश दे पूर्ण शब्द यह हन, बड़ा लिखारी लियाई माई सतगुर हजूर तस्वीर लिखाई। सगल अंग बस्तर शुभ लिखा, मुख कमल प्रभा नहीं लिख सका। देख दयाल कलम हथ लीना, निज हाथ सुधार संपूर्ण कीना, तब माई को मूरत प्रभ दीना। इस तस्वीर की होर करामात यह है कि जिथे ते महाराज दे बुरशां दी शोह लगी है, ਉਹ ਤਾਂ उस तरह हुण भी चमक रही है, पर बाकी सब बस्तर ते जूसा समय दे गेड़ विच फिक्का ते मिट भी गया है। ਇਹ तस्वीर हुण कलकत्ता दे विक्टोरिया अजायब घर विच सुरक्षित पई है। ढाका विखे ही एक ढनाड़ गुरु जी दे दर्शनां नूं आया। भेटा रख जद सिर झुकाया तां गुरु जी ने कहा, तैनू की चिंता खाई जा रही है। उस कहा, महाराज सब कुछ कोल है, पर यह चिंता पिछा नहीं छड्डदी कि जे यह धन ना रहा तां फिर की करांगा। हे गुरु पातशाह दात बख्शो कि सदा प्रसन्न रहां। नौवीं पातशाही ने फरमाया, तू सुख लोचदा है, पर गलती नाल सुखां दी खाण नूं दुनिया दे पदार्थ मिथ लए हन। हर वक्त भै बणिया रहिंदा है कि यह पदार्थ रहने नहीं, सो यह चिंता दा घर पदार्थ नहीं, भै है, भै भी निर्मूल। जो पदार्थ तेरे चाकर होने चाहिए हैं, उन्हां दा तू चाकर हो रहा है, सो तू उन्हां दा मालक बन। यह सब नाशवंत हैं ते नाशवंत वस्तु भी कदे कोई सदीवी सुख दे सकती है। जिस नाल नहीं निभना उस नाल चित नहीं लगाउणा चाहिदा। यह पदार्थ सुपने न्याई हैं अते सुपने सेती चित मूर्ख ही लगांदा है। सरंग राग दे शब्द विच यह बचन कीते, हर बिन तेरो को ना सहाई, काकी मात पिता सुत बिनता, को काहू को भाई रहाओ। धन धरनी अर संपत सगड़ी, जो मान्यो अपनाई। तन छूटे कछ संग न चाले, कहाँ ताहें लपटाई। दीन दयाल सदा दुख भंजन, तां स्यों रुच न बढ़ाई। नानक कहत जगत सब मिथ्या, ज्यों सुपना रनाई। गुरु जी का उत्थे होना सुन के इर्द गिर्द दियां संगतां ने वहीरां ही पा दित्तियां। संगतां दा प्रेम सेवा शरधा ते सिੱਖੀ प्यार देख के महाराज ने मुख तो सुभाविक ही वचन निकालिया, मम सिੱਖੀ का कोठा ढाका, जिस दे प्रेम वस मैं खिंचिया आया हाँ अते हुण टिक रहा हाँ। इत्थे आप जी 1 साल दे करीब टिके। उत्थे ही संगत टोला नां दा गुरुद्वारा उसारिया गया। नवाब शाइस्ता खान ने जगीर भी गुरुद्वारे दे नां लगवाई। गुरु तेग बहादुर जी ढाका विखे ही विश्राम कर रहे सन कि उन्हां पास भाई मेहर चंद अते भाई कल्याण चंद जी खबर लैके पुजे कि पोह सुदी सप्तमी 1723 बिकरमी ਨੂੰ ਉਹਨਾਂ ਦੇ ਗ੍ਰਹਿ ਵਿਖੇ ਬਾਲਕ ਦਾ ਜਨਮ ਹੋਇਆ ਹੈ। ਖਬਰ ਪੁੱਜਦੇ ਸਾਰ ਆਪ ਨੇ ਬਾਲਕ ਦਾ ਨਾਮ ਗੋਬਿੰਦ ਦਾਸ ਰੱਖਿਆ ਅਤੇ ਫਰਮਾਇਆ ਕਿ ਦੁਸ਼ਟ ਦਮਨ ਗੁਰੂ ਦੇਸ਼ ਦਾ ਸੰਕਟ ਹਰੇਗਾ। ਪਟਨਾ ਦੀ ਸੰਗਤ ਨੂੰ ਹੁਕਮਨਾਮੇ ਭੇਜੇ ਅਤੇ ਆਪ ਗੁਰੂ ਜੀ ਖੁਸ਼ੀਆਂ ਵਿੱਚ ਸ਼ਾਮਲ ਹੋਏ। ਦੂਜੇ ਹੁਕਮਨਾਮੇ ਵਿੱਚ ਲਿਖਿਆ ਕਿ ਗੋਬਿੰਦ ਦਾਸ ਕੀ ਸੰਗਤ ਸੇਵਾ ਕਰਤੀ ਹੈ। ਇਸ ਲਿਖੇ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਗੁਰੂ ਜੀ ਦਾ ਸਮਾਂ ਉਧਰ ਹੋਰ ਲੱਗਣ ਦੀ ਸੰਭਾਵਨਾ ਸੀ। ਗੁਰੂ ਜੀ ਅਜੇ ਢਾਕਾ ਹੀ ਸਨ ਕਿ ਰਾਜਾ ਰਾਮ ਸਿੰਘ ਜੀ ਅਸਾਮ ਦੀ ਮੁਹਿੰਮ ਲਈ ਪੁੱਜ ਗਿਆ। ਮੀਰ ਜੁਬਲਾ ਅਹੋਮੀਆਂ ਨਾਲ ਲੜਦੇ ਲੜਦੇ ਮਾਰਿਆ ਗਿਆ ਅਤੇ ਹੁਣ ਕੋਈ ਵੀ ਉਧਰ ਮੂੰਹ ਕਰਨ ਨੂੰ ਤਿਆਰ ਨਹੀਂ ਸੀ। ਇੱਕ ਤਾਂ ਅਸਾਮ ਜਾਦੂਗਰਾਂ ਦਾ ਦੇਸ਼ ਕਰਕੇ ਪ੍ਰਸਿੱਧ ਸੀ ਅਤੇ ਦੂਜੇ ਅਹੋਮੀ ਜਾਨ ਤੋੜ ਲੜਦੇ ਸਨ। ਜਾਦੂਗਰੀ ਦਾ ਪ੍ਰਭਾਵ ਤਾਂ ਇੰਨਾ ਸੀ ਕਿ ਖੁਦ ਔਰੰਗਜ਼ੇਬ ਹੈਰਾਨ ਹੋਇਆ ਸੀ। ਮੁਆਸਰੇ ਆਲਮਗੀਰੀ ਦੇ ਜਲੂਸ 11ਵੇਂ ਵਿੱਚ ਲਿਖਿਆ ਹੈ ਕਿ ਬੰਗਾਲ ਵਿੱਚ ਇੱਕ ਕਿਸਮ ਦਾ ਗੁਬਾਰ ਬੁਲੰਦ ਹੋਇਆ ਅਤੇ ਉਸ ਪਿੱਛੋਂ ਇੱਕ ਖੌਫਨਾਕ ਸ਼ਕਲ ਉੱਚੇ ਕੱਦ ਵਾਲੀ ਪ੍ਰਗਟ ਹੋਈ ਅਤੇ ਕੁਝ ਚਿਰਾਂ ਬਾਅਦ ਗਾਇਬ ਹੋ ਗਈ। ਇਸ ਦਾ ਅਸਰ ਇਹ ਹੋਇਆ ਕਿ ਇਸ ਥਾਂ ਤੋਂ ਅੱਧੇ ਕੋਹ ਤੱਕ ਸਭ ਪਸ਼ੂ ਅਤੇ ਮਨੁੱਖ ਜਾਂ ਮੁਰਦਾ ਪਾਏ ਗਏ ਜਾਂ ਜ਼ਖਮੀ। ਇਸੇ ਤਰ੍ਹਾਂ ਇਹ ਲਿਖਿਆ ਕਿ ਔਰੰਗਜ਼ੇਬ ਸਾਹਮਣੇ ਇੱਕ ਬਕਸਾ ਪੇਸ਼ ਕੀਤਾ ਗਿਆ ਜਿਸ ਦੇ ਇੱਕ ਪਾਸੇ ਹਾਥੀ ਅਤੇ ਹੋਰ ਤਾਕਤ ਵੀ ਖਿੱਚਣ ਵਾਲੀ ਲਾਈ ਹੋਈ ਸੀ, ਪਰ ਉਹ ਬਕਸਾ ਹਿੱਲ ਨਾ ਸਕੇ। ਪਰ ਦੂਜੇ ਪਾਸੇ ਇੱਕ ਬੱਕਰੀ ਹੀ ਹਾਥੀ ਸਮੇਤ ਬਕਸੇ ਨੂੰ ਖਿੱਚ ਕੇ ਲੈ ਗਈ। ਇਸੇ ਤਰ੍ਹਾਂ ਇੱਕ ਸ਼ੀਸ਼ੇ ਦੇ ਸਾਹਮਣੇ ਇੱਕ ਤਰਬੂਜ ਰੱਖਿਆ। ਉਹ ਸ਼ੀਸ਼ੇ ਸਾਹਮਣੇ ਆਉਂਦਿਆਂ ਹੀ ਸੁੱਕ ਗਿਆ ਅਤੇ ਫਿਰ ਸ਼ੀਸ਼ੇ ਨੂੰ ਜਦ ਉਲਟਾ ਕੇ ਰੱਖਿਆ ਤਾਂ ਸੁੱਕੀ ਚੀਜ਼ ਹਰੀ ਹੋ ਗਈ। ਔਰੰਗਜ਼ੇਬ ਪਾਸ ਬੰਗਲਾ ਦੇ ਵਾਕਿਆ
ਨਵੀਸਾਂ ਨੇ ਇਤਲਾਹ ਭੇਜੀ ਸੀ ਕਿ ਅਹੋਮੀ ਫਿਰ ਸੀਸ ਉਠਾ ਚੁੱਕੇ ਹਨ, ਸੋ ਗੁਹਾਟੀ ਵੱਲ ਵਧੇ। ਫਿਰੋਜ਼ ਖਾਨ ਨੇ ਇਹਨਾਂ ਦਾ ਟਾਕਰਾ ਕਰਨਾ ਚਾਹਿਆ, ਪਰ ਉਹ ਮਾਰਿਆ ਗਿਆ ਅਤੇ ਗੁਹਾਟੀ ਤੇ ਅਹੋਮੀਆਂ ਦਾ ਕਬਜ਼ਾ ਹੋ ਗਿਆ। ਔਰੰਗਜ਼ੇਬ ਨੇ ਜਦ ਇਹ ਖਬਰ ਸੁਣੀ ਤਾਂ ਉਸ ਸੋਚਿਆ ਕਿ ਕਿਸ ਨੂੰ ਉਸ ਪਾਸੇ ਭੇਜਿਆ ਜਾਏ। ਰਾਜਾ ਰਾਮ ਸਿੰਘ ਨੂੰ ਇਸ ਮੁਹਿੰਮ ਲਈ ਚੁਣਿਆ ਗਿਆ। ਉਸਨੂੰ ਘੋੜਾ, ਖਿੱਲਤ, ਸਾਜੇ, ਤਲਾਈ, ਜਮਤਰ ਦੇ ਕੇ ਤੇ ਨਾਲ ਹੀ ਨਸਰਤ ਖਾਂ, ਕਬੀਰ ਸਿੰਘ ਭਰਤੀਆ, ਰਘੂਨਾਥ ਸਿੰਘ, ਬੀਰਮਦੇਵ ਸੰਸੋਧੀਆ ਅਤੇ ਹੋਰ ਸਰਦਾਰ ਭੇਜੇ। ਰਾਮ ਸਿੰਘ ਨੇ ਰਾਜਪੂਤਾਂ, ਭੀਲਾਂ ਅਤੇ ਉਹਨਾਂ ਦਾ ਆਗੂ ਰਸ਼ੀਦ ਖਾਨ ਵੀ ਨਾਲ ਲਿਆ। ਔਰੰਗਜ਼ੇਬ ਨੂੰ ਰਾਮ ਸਿੰਘ ਤੇ ਬਹੁਤ ਇਤਬਾਰ ਨਹੀਂ ਸੀ, ਇਸ ਲਈ ਉਸਨੇ ਆਪਣੇ ਦੋ ਖਾਸ ਦੀਵਾਨ ਮਿਰਜ਼ਾ ਸਈਦ ਸਫ ਪਰਗਣਾ ਦਾ ਦੀਵਾਨ ਅਤੇ ਮੀਰ ਬੇਗ ਹਾਜੀ ਲਸ਼ਕਰ ਦੇ ਦੀਵਾਨ ਨੂੰ ਨਾਲ ਭੇਜਿਆ। ਹੋਰ ਇਹਤਿਆਤ ਲਈ ਬਹਿਲੋਲ ਖਾਨ ਅਤੇ ਸੁਲਤਾਨ ਅਲੀ ਨੂੰ ਨਾਲ ਜਾਣ ਲਈ ਕਿਹਾ। ਮੀਰ ਰਜਾਰ ਬੇਗ ਹਾਜੀ ਨੂੰ ਵਾਕਿਆ ਨਵੀਸ ਥਾਪਿਆ ਤੇ ਕਿਹਾ, ਰਾਮ ਸਿੰਘ ਇਤਬਾਰੀ ਨਹੀਂ ਹੈ, ਉਹ ਅਹੋਮੀਆਂ ਦੇ ਆਗੂ ਨਾਲ ਹੀ ਮਿਲ ਸਕਦਾ ਹੈ। ਪੂਰੀ ਖਬਰ ਰੋਜ਼ ਦੀ ਰੋਜ਼ ਭੇਜਦੇ ਰਹਿਣਾ। ਇੱਥੋਂ ਹੀ ਪਤਾ ਲੱਗਦਾ ਹੈ ਕਿ ਔਰੰਗਜ਼ੇਬ ਦੋਹਰੀ ਖੇਡ ਖੇਡ ਰਿਹਾ ਸੀ ਅਤੇ ਰਾਜਾ ਰਾਮ ਸਿੰਘ ਨੂੰ ਅਸਾਮ ਦੀ ਮੁਹਿੰਮ ਤੇ ਭੇਜਣ ਦੇ ਦੋ ਕਾਰਨ ਸਨ। ਇੱਕ, ਰਾਮ ਸਿੰਘ ਨੂੰ ਸਜ਼ਾ ਦੇਣੀ ਸੀ ਕਿ ਉਸ ਦੀ ਰਿਆਸਤ ਵਿੱਚੋਂ ਸ਼ਿਵਾਜੀ ਕਿਉਂ ਨਸ ਭੱਜਿਆ ਹੈ, ਅਤੇ ਦੂਜੇ, ਜੇ ਜਿੱਤ ਗਿਆ ਤਾਂ ਵੱਡੀ ਬਲਾ ਅਹੋਮੀ ਗਲੋਂ ਲੱਥੇ ਸਮਝੋ। ਸੋ ਇੰਜ ਪ੍ਰਤੀਤ ਹੁੰਦਾ ਹੈ ਕਿ ਮੁਹਿੰਮ ਤੇ ਚੜ੍ਹਨ ਵੇਲੇ ਹੀ ਰਾਜਾ ਰਾਮ ਸਿੰਘ ਨੇ ਗੁਰੂ ਤੇਗ ਬਹਾਦਰ ਨੂੰ ਢਾਕਾ ਵਿਖੇ ਬੇਨਤੀ ਕਰ ਭੇਜੀ ਸੀ ਕਿ ਉਹ ਮੁਹਿੰਮ ਦੇ ਨਾਲ ਚੱਲਣ ਤਾਂ ਕਿ ਕੋਈ ਜਾਦੂ, ਸਿਹਰੀ ਅਤੇ ਟੂਣੇ ਦਾ ਅਸਰ ਨਾ ਹੋਵੇ। ਉਂਝ ਉਹ ਆਪਣੇ ਨਾਲ 5 ਪੀਰ, ਸ਼ਾਹ ਅਕਬਰ, ਸ਼ਾਹ ਬਾਗਮਾਰ, ਸ਼ਾਹ ਸ਼ਰਨ, ਸ਼ਾਹ ਸ਼ਾਫੀ ਅਤੇ ਸ਼ਾਹ ਕਾਮਲ ਵੀ ਲੈ ਗਿਆ ਸੀ। ਸ਼ਾਇਸਤਾ ਖਾਨ ਨੇ ਰਾਜਾ ਰਾਮ ਸਿੰਘ ਦਾ ਢਾਕਾ ਵਿਖੇ ਖੂਬ ਸਵਾਗਤ ਕੀਤਾ। ਹਾਥੀ ਘੋੜੇ ਉਸਨੇ ਰਾਜਾ ਰਾਮ ਸਿੰਘ ਨੂੰ ਤੋਹਫੇ ਵਜੋਂ ਦਿੱਤੇ। ਕੇਵਲ ਇੱਕ ਖੰਜਰ ਹੀ 50,000 ਰੁਪਏ ਦਾ ਸੀ ਜੋ ਭੇਟ ਕੀਤਾ, ਅਤੇ ਰਾਜਾ ਰਾਮ ਸਿੰਘ ਨੇ ਵੀ ਚਾਚਾ ਆਖ ਕੇ ਉਸਦੇ ਪੈਰੀਂ ਹੱਥ ਲਗਾਇਆ। ਸ਼ਾਇਸਤਾ ਖਾਨ ਨੇ ਪੂਰੀ ਮਦਦ ਕਰਨ ਦਾ ਯਕੀਨ ਦਿਵਾਇਆ ਅਤੇ ਕੁਝ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਸਨ, ਜਿਵੇਂ ਸਿਵਾਏ ਬ੍ਰਹਮਪੁੱਤਰ ਜਾਂ ਲਾਹੌਤ ਦਰਿਆ ਦੇ ਕਿਸੇ ਹੋਰ ਥਾਂ ਤੋਂ ਪਾਣੀ ਨਾ ਪੀਣਾ, ਔਰਤਾਂ ਤੋਂ ਬਚ ਕੇ ਰਹਿਣਾ। ਇਹ ਵੀ ਲਿਖਿਆ ਮਿਲਦਾ ਹੈ ਕਿ ਰਾਜਾ ਰਾਮ ਸਿੰਘ ਨੇ ਗੁਰੂ ਤੇਗ ਬਹਾਦਰ ਨੂੰ ਬੇਨਤੀ ਕੀਤੀ ਕਿ ਔਰੰਗਜ਼ੇਬ ਨੇ 2 ਧਾਰੀ ਤਲਵਾਰ ਵਰਤੀ ਹੈ, ਜੇ ਉਹ ਜਿੱਤ ਗਿਆ ਤਾਂ ਸਾਰਾ ਕਾਮ ਰੂਪ ਮਿਲ ਜਾਏਗਾ, ਜੇ ਉਹ ਮਾਰਿਆ ਗਿਆ ਤਾਂ ਸਾਰਾ ਰਾਜਪੁਤਾਨਾ ਹੱਥ ਆ ਜਾਏਗਾ। ਰਾਮ ਸਿੰਘ ਨੂੰ ਡਰ ਇਹ ਸੀ ਕਿ ਜਿੱਥੇ ਮੀਰ ਜੁਮਲਾ ਵਰਗਾ ਜਰਨੈਲ ਕਾਮਯਾਬ ਨਹੀਂ ਹੋਇਆ, ਉੱਥੇ ਉਹ ਕਿਵੇਂ ਹੋ ਸਕੇਗਾ। ਸੋ ਗੁਰੂ ਜੀ ਨੂੰ ਨਾਲ ਰੱਖਣਾ ਚਾਹੁੰਦਾ ਸੀ ਅਤੇ ਉਸ ਦਾ ਯਕੀਨ ਸੀ ਕਿ ਗੁਰੂ ਜੀ ਦੇ ਨਾਲ ਫੌਜਾਂ ਦਾ ਹੌਸਲਾ ਵੀ ਬਣਿਆ ਰਹੇਗਾ। ਗੁਰੂ ਜੀ ਨੇ ਰਾਜਾ ਰਾਮ ਸਿੰਘ ਨੂੰ ਹੌਸਲਾ ਦਿੱਤਾ ਤੇ ਫਰਮਾਇਆ, ਗੁਰੂ ਨਾਨਕ ਅੰਗ ਸੰਗ ਹੈ ਅਤੇ ਯਕੀਨ ਰੱਖ, ਫਤਿਹ ਤੇਰੀ ਹੋਵੇਗੀ। ਗੁਰੂ ਜੀ ਕੋਲੋਂ ਰਾਮ ਸਿੰਘ ਨੇ ਚਰਨ ਪਹੁਲ ਵੀ ਲਈ। ਗੁਰੂ ਜੀ ਨੇ ਬ੍ਰਹਮਪੁੱਤਰ ਪਾਰ ਕਰਕੇ ਡੇਰਾ ਧੂੜ ਵੀ ਕੀਤਾ, ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਹੈ। ਫੌਜਾਂ ਨੇ ਆਪ ਜੀ ਦੇ ਟਿਕਾਣੇ ਲਈ ਇੱਕ ਉੱਚੀ ਥਾਂ ਬਣਾ ਦਿੱਤੀ। ਬਾਦਸ਼ਾਹੀ ਲਸ਼ਕਰ ਆਇਆ ਸੁਣ ਕੇ ਅਹੋਮੀ ਰਾਜੇ ਪ੍ਰਣਪਾਲ ਦੀਆਂ ਫੌਜਾਂ ਚੜ੍ਹ ਆਈਆਂ। ਉਹਨਾਂ ਛਾਉਣੀ ਬ੍ਰਹਮਪੁੱਤਰ ਦੇ ਦੂਜੇ ਕਿਨਾਰੇ ਪਾ ਲਈ। ਮਹਾਰਾਜ ਨੇ ਪਹਿਲਾਂ ਹੀ ਦੇਖ ਲਿਆ ਕਿ ਉਹ ਬ੍ਰਹਮਪੁੱਤਰ ਦਾ ਵਹਾਅ ਬਦਲਾਉਣਗੇ, ਸੋ ਉਹਨਾਂ ਰਾਜਾ ਰਾਮ ਸਿੰਘ ਦੀਆਂ ਫੌਜਾਂ ਨੂੰ ਪਿੱਛੇ ਹਟ ਜਾਣ ਲਈ ਕਹਿ ਦਿੱਤਾ। ਉਸ ਦੀ ਸਾਥੀ ਫੌਜ ਤਾਂ ਪਿੱਛੇ ਹਟ ਗਈ, ਪਰ ਮੁਗਲ ਸਿਪਾਹੀ ਆਪਣੀ ਹੌ ਵਿੱਚ ਹੀ ਰਹੇ। ਰਾਤ ਨੂੰ ਬ੍ਰਹਮਪੁੱਤਰ ਬਹੁਤ ਸਾਰੀ ਫੌਜ ਰੋੜ ਕੇ ਲੈ ਗਿਆ। ਸਾਰੇ ਹੀ ਗੁਰੂ ਸ਼ਰਨ ਆਏ। ਮਹਾਰਾਜ ਨੇ ਕਿਹਾ, ਸਤਨਾਮ ਜਾਪ ਕਰਦੇ ਰਹੋ, ਤੁਹਾਡਾ ਵਾਲ ਵਿੰਗਾ ਨਹੀਂ ਹੋਵੇਗਾ। ਚੂੜਾਮਣ ਦੇਵਗਣ ਅਤੇ ਸਰੋਵਰ ਨਾਂ ਦੇ 2 ਜਾਦੂਗਰਾਂ ਕਈ ਹਰਬੇ ਵਰਤੇ। ਇੱਥੋਂ ਤੱਕ ਲਿਖਿਆ ਕਿ ਇੱਕ ਧੋਬਣ ਦੀਵਾਰ ਹੀ ਉਡਾ ਕੇ ਲੈ ਗਈ, ਮੂੰਹੋਂ ਅੱਗ ਕੱਢੇ, ਅਸਮਾਨ ਵੱਲ ਵੀ ਉੱਡੀ, ਤੂਫਾਨ ਉਠਾਏ, ਪਰ ਸਭ ਬੇਅਰਥ। ਉਧਰ ਜਦ ਸਾਰੀ ਮਿਹਨਤ ਰਾਜਾ ਚਰਕਧਵਜ ਨੇ ਬਰਬਾਦ ਹੁੰਦੀ ਦੇਖੀ ਤਾਂ ਉਸ ਕਮੱਖਿਆ ਦੇਵੀ ਦੀ ਪੂਜਾ ਆਰੰਭੀ। ਕਹਿੰਦੇ ਹਨ ਕਿ ਉਸ ਦੀ ਮਾਂ ਨੂੰ ਸੁਪਨੇ ਵਿੱਚ ਦੇਵੀ ਨੇ ਦਰਸ਼ਨ ਦਿੱਤੇ ਕਿ ਹੁਣ ਬਚਾਓ ਇਸੇ ਵਿੱਚ ਹੈ ਕਿ ਗੁਰੂ ਤੇਗ ਬਹਾਦਰ ਦੇ ਚਰਨ ਪਕੜੋ। ਰਾਜਾ ਚਰਕਧਵਜ ਅਤੇ ਉਸ ਦੀ ਮਾਂ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ। ਗੁਰੂ ਜੀ ਨੇ ਕਿਹਾ ਕਿ ਤੁਹਾਡਾ ਲੜਨਾ ਸ਼ੋਭਦਾ ਨਹੀਂ ਹੈ, ਕੋਈ ਤੀਜਾ ਲੜਾਈ ਦਾ ਲਾਭ ਉਠਾ ਰਿਹਾ ਹੈ। ਗੁਰੂ ਜੀ ਨੇ ਦੋਵਾਂ ਦੀ ਮੁਲਾਕਾਤ ਕਰਵਾਈ ਅਤੇ ਸਭ ਨੂੰ ਸੰਬੋਧਨ ਕਰਦੇ ਹੋਏ ਕਿਹਾ, ਤੁਹਾਡੀ ਦੋਹਾਂ ਦੀ ਲੜਾਈ ਵਿੱਚ ਧਰਮ ਭਰਾਵਾਂ ਦਾ ਹੀ ਨੁਕਸਾਨ ਹੈ। ਤੁਸੀਂ ਦੋਵੇਂ ਖੱਤਰੀ ਕਹਿਲਾਂਦੇ ਹੋ ਅਤੇ ਖੱਤਰੀ ਦਾ ਧਰਮ ਹੈ ਧਰਮ ਯੁੱਧ ਕਰੇ, ਨਾ ਕਿ ਭਰਾ ਭਰਾ ਦਾ ਸਿਰ ਉਤਾਰੇ। ਸੋ ਯੁੱਧ ਧਰਮ ਹਿੱਤ ਜਾਂ ਗਰੀਬ ਦੀ ਰੱਖਿਆ ਲਈ ਕਰਨਾ ਚਾਹੀਦਾ ਹੈ। ਨਿਜ ਹਿੱਤ ਲਈ ਕੀਤੀ ਜੰਗ ਮੈਨੂੰ ਚੰਗੀ ਨਹੀਂ ਲੱਗਦੀ। ਈਰਖਾ ਅਤੇ ਨਫ਼ਰਤ ਦੀਆਂ ਜੰਗਾਂ ਵਿੱਚੋਂ ਕੁਝ ਨਹੀਂ ਨਿਕਲਦਾ। ਲੋਕਾਂ ਦਾ ਮਨ ਪਿਆਰ, ਸ਼ਰਧਾ ਅਤੇ ਸੇਵਾ ਨਾਲ ਜਿੱਤੋ। ਨਫ਼ਰਤ ਤੋੜਦੀ ਹੈ, ਪਿਆਰ ਜੋੜਦਾ ਹੈ। ਤੁਹਾਡੇ ਕੋਈ ਝਗੜੇ
हैन नहीं जो हन भी तां बैठ के नजिठ लवो। दोवां दी जफी पवाई, ਉਹ ਦੋਵੇਂ ਪੱਗ ਵੱਟ ਭਰਾ ਬਣੇ। ਗੁਰੂ ਜੀ ਨੇ ਆਪਣੇ ਪਾਵਨ ਹੱਥਾਂ ਵਿੱਚ ਖੰਜਰ ਲੈ ਕੇ ਜ਼ਮੀਨ ਤੇ ਜ਼ੋਰ ਦਾ ਮਾਰਿਆ ਅਤੇ ਨਿਰਣਾ ਦਿੱਤਾ ਕਿ ਇੱਕ ਪਾਸੇ ਦਾ ਇਲਾਕਾ ਚਰਕ ਧਵਜ ਦਾ ਹੈ ਅਤੇ ਬਾਕੀ ਦਿੱਲੀ ਦਾ। ਉਹ ਥਾਂ ਗੁਰਖੰਜਰਪੁਰ ਕਰਕੇ ਹੁਣ ਤੱਕ ਜਾਣੀ ਜਾਂਦੀ ਹੈ। ਇਸ ਤਰ੍ਹਾਂ ਕਈ ਸਦੀਆਂ ਤੋਂ ਲੜਦਿਆਂ ਨੂੰ ਹਟਾ ਕੇ ਅਮਨ ਦਾ ਸੰਦੇਸ਼ ਦਿੱਤਾ ਅਤੇ ਫਰਮਾਇਆ, ਨਫ਼ਰਤ ਤੋਂ ਨਫ਼ਰਤ ਵੱਧਦੀ ਹੈ, ਸੋ ਹੁਣ ਇਸ ਨੂੰ ਭੁੱਲ ਜਾਓ। ਫਿਰ ਆਪ ਜੀ ਉਸ ਸਥਾਨ ਤੇ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਸਨ। ਸਭ ਫੌਜੀਆਂ ਨੇ ਆਪਣੀਆਂ ਢਾਲਾਂ ਨਾਲ ਮਿੱਟੀ ਪਾ ਕੇ ਉਸ ਥੜੇ ਦੀ ਉਸਾਰੀ ਕੀਤੀ। ਚਰਕ ਧਵਜ ਨੇ ਪਿੱਛੋਂ ਗੁਰਦੁਆਰਾ ਵੀ ਉੱਥੇ ਬਣਾਇਆ। ਉਸ ਥੜੇ ਤੇ ਬੈਠ ਕੇ ਗੁਰੂ ਜੀ ਆਪੂ ਕੀਰਤਨ ਅਤੇ ਉਪਦੇਸ਼ ਕਰਦੇ ਰਹੇ, ਜਿਸ ਨੂੰ ਤੇਗਪੁਰ ਅਤੇ ਤੇਗ ਪਰਬਤ ਕਹਿੰਦੇ ਹਨ। ਉੱਥੇ ਚਰਕ ਧਵਜ ਨੇ ਡਿੱਠਾ ਕਿ ਦਰਿਆ ਕਿਨਾਰੇ ਕੁਝ ਹਿੰਦੂ ਵੀਰ ਚੂਲੀਆਂ ਕਰਕੇ ਅਤੇ ਫਿਰ ਪਾਣੀ ਆਪਣੇ ਉੱਤੇ ਸੁੱਟਦੇ ਹਨ। ਤਾਂ ਉਸ ਪੁੱਛਿਆ ਕਿ ਅਜਿਹਾ ਕਿਉਂ ਕਰਦੇ ਹੋ? ਮਹਾਰਾਜ ਨੇ ਕਿਹਾ ਕਿ ਮਨ ਤਾਂ ਉਹਨਾਂ ਦਾ ਹੈ, ਸੁੱਚੇ ਹੋਣ ਤੇ, ਪਰ ਇਸ ਤਰ੍ਹਾਂ ਸੁੱਚਿਆ ਨਹੀਂ ਹੋਇਆ ਜਾ ਸਕਦਾ। ਚੂਲੀ ਉਸੇ ਦੀ ਭਰੀ ਗਿਣਨੀ ਚਾਹੀਦੀ ਹੈ ਜੋ ਚੂਲੀ ਭਰਨੀ ਜਾਣਦਾ ਹੋਵੇ। ਉਸ ਜੋਗੀ ਦੀ ਚੂਲੀ ਕੀਤੀ ਜਾਣੋ ਜੋ ਸੰਜਮ ਪਾਲ ਗਿਆ। ਬ੍ਰਾਹਮਣ ਦੀ ਚੂਲੀ ਸੰਤੋਖ ਹੈ, ਗ੍ਰਹਿਸਤੀ ਦਾ ਸੱਤ ਅਤੇ ਦਾਨ ਹੈ ਅਤੇ ਰਾਜੇ ਦਾ ਇਨਸਾਫ ਹੈ। ਗੁਰੂ ਤੇਗ ਬਹਾਦਰ ਜੀ ਉੱਥੋਂ ਢਾਕਾ ਆਏ ਅਤੇ ਫਿਰ ਦੱਖਣੀ ਅਸਾਮ ਰੰਗਵਤੀ ਵੀ ਗਏ। 2 ਮਾਰਚ 1670 ਨੂੰ ਉਹ ਰੰਗਮਤੀ ਸਨ। ਮਣੀਪੁਰ ਦੀ ਹੱਦ ਨੂੰ ਛੋਹ ਆਪ ਜੀ ਵਾਪਸ ਮੁੜੇ। ਆਪ ਜੀ ਦੇ ਅਸਾਮ ਅਤੇ ਬੰਗਾਲ ਵਿੱਚ ਵਿਚਰਨ ਦਾ ਸਦਕਾ ਕਿੰਨੀਆਂ ਹੀ ਸੰਗਤਾਂ ਕਾਇਮ ਹੋਈਆਂ। ਕਮੀਲਾ ਅਤੇ ਚਿਟਾਗਾਂਗ ਦੇ ਰਾਹ ਤੇ ਹਰ ਵੱਡੇ ਨਗਰ ਜੋਗਰਜੰਗ, ਫੇਨੀ, ਮੀਰਸਰਾਏ, ਸੀਤਾਕੁੰਡ ਅਤੇ ਕੁਰਸਤੀਰਾ ਵਿਖੇ ਸੰਗਤਾਂ ਦੀ ਕਾਇਮੀ ਦੇ ਨਿਸ਼ਾਨ ਮਿਲਦੇ ਹਨ। ਦੱਖਣ ਵਿੱਚ ਕੁਲਗਾਮ, ਡੋਹਾਰਜੀ, ਬੰਸਖਲੀ, ਧੂਲਾਘਾਟ, ਹਠਜਰੀ, ਰੰਗੂਨੀਆ ਅਤੇ ਕੰਚਨ ਨਗਰ ਵਿੱਚ ਵੀ ਸੰਗਤਾਂ ਕਾਇਮ ਹੋਈਆਂ। ਅਗਰਤਲਾ, ਕਰੀਮਗੰਜ, ਮੌਲਵੀ ਬਾਜ਼ਾਰ, ਬ੍ਰਾਹਮਣ ਬੜੀਆਂ, ਬਾੜੀ ਧਲ ਅਤੇ ਨੋਅਖਲੀ ਵਿੱਚ ਕਿਸੇ ਵੇਲੇ ਸੰਗਤਾਂ ਸਨ। ਇਹ ਡੋਹਾਰਜੀ ਹੀ ਸੀ ਜਿੱਥੇ ਗੁਰੂ ਜੀ ਦੇ ਕਾਫਲੇ ਨਾਲ ਚੱਲਣ ਵਾਲੇ ਰਾਖੇ ਕੁੱਤੇ ਨੂੰ ਮਗਰਮੱਛ ਨੇ ਪਕੜ ਲਿਆ ਸੀ। ਤਕਰੀਬਨ 2 ਸਾਲ ਗੁਰੂ ਜੀ ਇਹਨਾਂ ਇਲਾਕਿਆਂ ਵਿੱਚ ਵਿਚਰ ਪ੍ਰਚਾਰ ਕਰਦੇ ਰਹੇ। 1670 ਈਸਵੀ ਦੀ ਵਿਸਾਖੀ ਗੁਰੂ ਜੀ ਕਲਕੱਤਾ ਪੁੱਜੇ। ਕਲਕੱਤਾ ਦੇ ਰਾਜੇ ਹਜੂਰੀ ਸਿੰਘ ਬਹਿਲ ਨੇ ਬਹੁਤ ਸੇਵਾ ਕੀਤੀ। ਦੀਵਾਨ ਗੁਰਦੁਆਰਾ ਬੜਾ ਸੰਗਤ ਲਗਾਉਂਦੇ ਰਹੇ। ਉੱਥੇ ਗੁਰੂ ਜੀ ਬਾਲੇਸ਼ਵਰ, ਮੇਦਨੀਪੁਰ, ਮੋਰਭੰਜ, ਕਾਂਚਨਪੁਰ ਹੁੰਦੇ ਰੱਥ ਯਾਤਰਾ ਦੇ ਸਮੇਂ ਸਨ 1670 ਈਸਵੀ ਨੂੰ ਜਗਨਨਾਥਪੁਰੀ ਪੁੱਜੇ। ਆਪ ਜੀ ਨੇ ਆਪਣਾ ਟਿਕਾਣਾ ਬੌਲੀ ਸਾਹਿਬ ਮੂੰਗੂ ਮੱਠ ਹੀ ਕੀਤਾ। ਗੁਰੂ ਨਾਨਕ ਦਾ ਉਪਦੇਸ਼ ਦੁਹਰਾਇਆ ਕਿ ਨਿਰੰਕਾਰ ਦੀ ਆਰਤੀ ਬ੍ਰਹਿਮੰਡ ਕਰ ਰਿਹਾ ਹੈ। ਸਾਨੂੰ ਕਰਮਕਾਂਡ ਤੋਂ ਉੱਚੇ ਹੋ ਬ੍ਰਹਮ ਨੂੰ ਪਛਾਣਨਾ ਚਾਹੀਦਾ ਹੈ। ਉੜੀਸਾ ਵਿਖੇ ਸਨ ਕਿ ਆਪ ਜੀ ਨੂੰ ਖਬਰਾਂ ਪੁੱਜੀਆਂ ਕਿ ਔਰੰਗਜ਼ੇਬ ਨੇ ਆਪਣੀ ਤਵੱਸਵੀ ਨੀਤੀ ਦਾ ਐਲਾਨ ਕਰ ਦਿੱਤਾ ਹੈ ਅਤੇ ਅਤਿਆਚਾਰ ਆਰੰਭ ਹੋ ਗਏ ਹਨ। ਮੰਦਰ ਢਾਹੇ ਜਾ ਰਹੇ ਹਨ ਅਤੇ ਪੂਜਾ ਪਾਠ ਦੀ ਮਨਾਹੀ ਕੀਤੀ ਜਾ ਰਹੀ ਹੈ। ਗੁਰਦੁਆਰਿਆਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ। ਆਪ ਜੀ ਨੇ ਛੇਤੀ ਮੁੜਨ ਦਾ ਫੈਸਲਾ ਕੀਤਾ ਕਿਉਂਕਿ ਪੰਜਾਬ ਤੋਂ ਦੂਰ ਰਹਿਣਾ ਉਹ ਹੁਣ ਮੁਨਾਸਬ ਨਹੀਂ ਸਨ ਜਾਣਦੇ। ਛੇਤੀ ਛੇਤੀ ਪੈਂਡੇ ਮਾਰਦੇ ਭਵਨੇਸ਼ਵਰ, ਕਟਕ ਅਤੇ ਨਦੀਆਂ ਬਹਿਮਣੀ, ਬੈਤਰਨੀ ਆਦਿ ਪਾਰ ਕਰਦੇ ਪਟਨਾ ਸਾਹਿਬ ਪੁੱਜੇ। ਸਮੁੱਚੇ ਪਟਨਾ ਸਾਹਿਬ ਨੇ ਬਹੁਤ ਖੁਸ਼ੀ ਮਨਾਈ। ਆਪ ਜੀ ਨੇ ਗਰੀਬ ਅਤੇ ਲੋੜਵੰਦਾਂ ਨੂੰ ਖੁੱਲ੍ਹੇ ਹੱਥੀਂ ਪਦਾਰਥ ਵੰਡੇ। ਗੁਰੂ ਨੇ ਇਹ ਨਿਰਣਾ ਵੀ ਲਿਆ ਕਿ ਪਰਿਵਾਰ ਅਤੇ ਬਾਲਕ ਗੁਰੂ ਗੋਬਿੰਦ ਅਜੇ ਪਟਨਾ ਹੀ ਰਹਿਣ ਅਤੇ ਆਨੰਦਪੁਰੋਂ ਸੱਦਾ ਘੱਲਣ ਤੇ ਹੀ ਪਰਿਵਾਰ ਪੰਜਾਬ ਦੇਸ਼ ਆਏ। ਇਹ ਨਿਰਣਾ ਲੈਣ ਦਾ ਕਾਰਨ ਕੇਵਲ ਇਹ ਹੀ ਲੱਗਦਾ ਹੈ ਕਿ ਗੁਰੂ ਜੀ ਪੰਜਾਬ ਦੇ ਹਾਲਤ ਦੇਖ ਕੇ ਹੀ ਅਗਲਾ ਕਦਮ ਉਠਾਉਣਾ ਚਾਹੁੰਦੇ ਸਨ। ਕਿਸੇ ਸਿੱਖ ਨੇ ਪਟਨਾ ਸਾਹਿਬ ਹੀ ਪੁੱਛਿਆ ਕਿ ਸੰਸਾਰ ਦਾ ਸਭ ਤੋਂ ਵੱਡਾ ਅਚੰਭਾ ਕਿਹੜਾ ਹੈ? ਤਾਂ ਗੁਰੂ ਜੀ ਨੇ ਕਿਹਾ, ਸਭ ਤੋਂ ਵੱਡਾ ਅਚੰਭਾ ਹੈ ਜੋ ਸੱਤ ਹੈ ਉਸ ਨੂੰ ਮਨੁੱਖ ਅਸੱਤ ਕਹਿੰਦਾ ਹੈ, ਜੋ ਛੱਡਣਾ ਹੈ ਉਸ ਨੂੰ ਅਸਥਿਰ ਕਰਕੇ ਜਾਣਦਾ ਹੈ। ਉੱਥੇ ਹੀ ਭਾਈ ਜੈਤਾ ਜੀ ਨੇ ਪੁੱਛਿਆ ਕਿ ਇਹ ਜੀਵ ਕਰਮ ਵਸ ਕਿਵੇਂ ਹੋ ਜਾਂਦਾ ਹੈ ਅਤੇ ਕਰਮ ਜੀਵ ਤੇ ਭਾਰੀ ਕਿਵੇਂ ਹੋ ਜਾਂਦੇ ਹਨ? ਗੁਰੂ ਪਾਤਸ਼ਾਹ ਦਾ ਉੱਤਰ ਸੀ, ਜਦ ਫੁੱਲ ਖਿੜ ਜਾਂਦਾ ਹੈ ਤਾਂ ਭੋਏ ਤੇ ਗਿਰਦਾ ਹੈ। ਫੁੱਲ ਦੇ ਝੜਨ ਨਾਲ ਹੀ ਫਲ ਪੈਦਾ ਹੁੰਦਾ ਹੈ। ਫਿਰ ਫੁੱਲ ਗਿਰਦਾ ਹੈ, ਉਸ ਦੇ ਬੀਜ ਖਿੱਲਰ ਪੁੱਲਰ ਹਵਾ ਨਾਲ ਦੂਰ ਦੁਰਾਡੇ ਚਲੇ ਜਾਂਦੇ ਹਨ। ਇਹ ਖਿਲਰੇ ਬੀਜ ਅਜਾਈ ਨਹੀਂ ਹੁੰਦੇ। ਕੁਝ ਸਮਾਂ ਪਾ ਕੇ ਉਹ ਬੀਜ ਫਿਰ ਫੁੱਲ ਫਲ ਦੀ ਸ਼ਕਲ
ਧਾਰਨ ਕਰ ਲੈਂਦੇ ਹਨ। ਇਸੇ ਤਰ੍ਹਾਂ ਕਰਮ ਮਰਦੇ ਨਹੀਂ ਹਨ, ਕਿਸੇ ਨਾ ਕਿਸੇ ਰੂਪ ਵਿੱਚ ਰਹਿੰਦੇ ਹਨ। ਸਮੇਂ ਦੇ ਗੇੜ ਨਾਲ ਜਦ ਜੀਵ ਕਰਮਾਂ ਦਾ ਮਾਰਿਆ ਜਨਮ ਲੈਂਦਾ ਹੈ ਤਾਂ ਕਰਮ ਸਾਥ ਰਹਿੰਦੇ ਹਨ। ਉਹ ਜੀਵ ਕਰਮਬੱਧ ਹੀ ਹੈ। ਜਿਹਾ ਬੀਜੇ ਸੋ ਲੂਣੇ, ਕਰਮਾਂ ਸੰਦੜਾ ਖੇਤ, ਗੁਰੂ ਜੀ ਦਾ ਫਰਮਾਨ ਹੈ। ਸੋ ਕਿਸੇ ਨਾਲ ਜੇ ਈਰਖਾ ਹੈ ਜਾਂ ਕਿਸੇ ਨਾਲ ਪਿਆਰ ਹੈ ਤਾਂ ਸ਼ਾਇਦ ਕਿਸੇ ਕਰਮ ਕਾਰਨ ਹੀ ਹੋਵੇਗਾ। ਕੁਦਰਤੀ ਅਗਲਾ ਸਵਾਲ ਸੀ ਕਿ ਕਰਮਾਂ ਤੋਂ ਛੁੱਟੀਏ ਕਿਵੇਂ। ਮਹਾਰਾਜ ਨੇ ਉਪਦੇਸ਼ ਦਿੰਦੇ ਕਿਹਾ, ਜੀਵਨ ਆਦਰਸ਼ ਸਮਝਿਆ। ਜ਼ਿੰਦਗੀ ਐਸ਼ਾਂ ਵਿੱਚ ਸਮਾਂ ਗੁਜ਼ਾਰਨ ਲਈ ਨਹੀਂ। ਹਿਉਮੇ ਮਾਰਨ ਨਾਲ ਕਰਮ ਮੁੱਕ ਜਾਂਦੇ ਹਨ। ਸੇਵਾ ਕਰਨ ਨਾਲ ਹਿਉਮੇ ਮਰਦੀ ਹੈ। ਸੇਵਾ ਉਸ ਦੀ ਰਜਾ ਵਿੱਚ ਰਹਿਣਾ ਹੈ। ਇੱਕ ਬ੍ਰਾਹਮਣ ਨੇ ਆ ਕੇ ਕਿਹਾ, ਮਹਾਰਾਜ ਆਪ ਜੀ ਦੀ ਪਾਵਨ ਸ਼ਖਸੀਅਤ ਹੈ, ਪਰ ਤੁਸੀਂ ਬ੍ਰਾਹਮਣ ਅਤੇ ਸ਼ੂਦਰ ਨੂੰ ਇੱਕ ਕਰ ਜਾਣਦੇ ਹੋ। ਇਹ ਮਿੱਥੀ ਮਰਿਆਦਾ ਦੇ ਉਲਟ ਹੈ। ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ, ਸਾਂਝਾ ਬਾਪ ਹਮਾਰਾ ਹੈ, ਅਸੀਂ ਸਾਰੇ ਇੱਕ ਦੇ ਜਾਏ ਹਾਂ। ਇਹ ਸੱਚ ਹੈ ਕਿ ਜਿਹਾ ਕੋਈ ਕਰਮ ਕਰੇ ਤਿਹਾ ਹੋਈ ਸੀ, ਪਰ ਇੱਕੋ ਬਾਪ ਹੋਣ ਕਾਰਨ ਸਭ ਬੱਚੇ ਵਿਰਸੇ ਦੇ ਵਾਰਸ ਹਨ। ਜਾਨੋ ਜੋਤ ਨਾ ਪੁੱਛੋ ਜਾਤੀ। ਪਟਨਾ ਵਿਖੇ ਹੀ ਸਨ ਕਿ ਢਾਕਾ ਤੋਂ ਇੱਕ ਸਿੱਖ ਨੂੰ ਸੰਗਤ ਵਿੱਚ ਬੈਠਿਆਂ ਦੇਖ ਮਹਾਰਾਜ ਨੇ ਡਿੱਠਾ ਕਿ ਉਹ ਕੀਰਤਨ ਕਥਾ ਸੁਣ ਕੇ ਵੀ ਸੰਗਤ ਵਿੱਚ ਕਿਸੇ ਸੋਚ ਵਿੱਚ ਬੈਠਾ ਡੁੱਬਾ ਰਹਿੰਦਾ ਹੈ। ਮਹਾਰਾਜ ਨੇ ਪੁੱਛ ਹੀ ਲਿਆ ਕਿ ਕਿਹੜੀ ਸੋਚ ਉਸ ਨੂੰ ਹਰ ਵੇਲੇ ਘੇਰ ਖਲੋਂਦੀ ਹੈ। ਉਸ ਦੱਸਿਆ ਕਿ ਢਾਕਾ ਵਿੱਚ ਉਸ ਦਾ ਵਪਾਰ ਹੈ। ਘਾਟੇ ਤੇ ਘਾਟਾ ਪੈਣ ਲੱਗਾ, ਕੋਈ ਰਾਹ ਨਹੀਂ ਲੱਭਾ। ਹੁਣ ਮਿੱਤਰਾਂ ਪਾਸ ਆਇਆ ਹੈ ਤਾਂ ਕਿ ਸਹਾਇਤਾ ਕਰਨ, ਪਰ ਕਿਧਰੋਂ ਆਸ ਪੂਰੀ ਹੁੰਦੀ ਨਹੀਂ ਦਿਸਦੀ। ਇਹ ਸੋਚ ਘੇਰੀ ਰਹਿੰਦੀ ਹੈ। ਮਹਾਰਾਜ ਨੇ ਕਿਹਾ, ਮਾਨਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੇ ਭਗਵਾਨ। ਦਿਨ ਬਾਅਦ ਰਾਤ ਅਵੱਸ਼ ਹੈ ਅਤੇ ਰਾਤ ਪਿੱਛੋਂ ਦਿਨ। ਇਹ ਦੁੱਖ ਔਂਕੜ ਪਰਛਾਵੇਂ ਨਿਆਈ ਹਨ। ਵਾਹਿਗੁਰੂ ਦੀ ਸ਼ਰਨ ਗਿਆ ਅਸਲੀਅਤ ਦਿਸ ਪੈਂਦੀ ਹੈ ਅਤੇ ਪਰਛਾਵੇਂ ਮੁੱਕ ਜਾਂਦੇ ਹਨ। ਪਟਨਾ ਵਿਖੇ ਹੀ ਇੱਕ ਸਿੱਖ ਨੇ ਪੁੱਛਿਆ ਕਿ ਮਰਨ ਜੀਵਨ ਬਣੇ ਰਹਿਣ ਦਾ ਕਾਰਨ ਕੀ ਹੈ, ਤਾਂ ਮਹਾਰਾਜ ਨੇ ਦੋ ਟੁਕ ਕਹਿੰਦੇ ਫਰਮਾਇਆ, ਮਮਤਾ। ਫਿਰ ਵਿਆਖਿਆ ਕਰਦੇ ਕਿਹਾ, ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਕਿ ਜਬ ਇਹ ਜਾਣੇ ਮੈਂ ਕਿਛ ਹਰਤਾ, ਤਬ ਲੱਗ ਗਰਭ ਜੋਨ ਮਹਿ ਫਿਰਤਾ। ਬੇੜੀ ਕੇਵਲ ਮੋਹ ਹੈ ਅਤੇ ਮੋਹ ਦੀ ਬੇੜੀ ਤੋੜੇ ਬਗੈਰ ਮੁਕਤ ਨਹੀਂ ਹੋਈਦਾ। ਜੀਵਨ ਰਾਹ ਇਹ ਹੀ ਹੈ ਕਿ ਸੇਵਾ ਕਰਦਿਆਂ ਨਿਰਿਛਤ ਰਿਹਾ ਜਾਏ। ਬੁੱਧ ਵਿਵੇਕ ਹੁੰਦਿਆਂ ਇਹ ਮਮਤਾ ਚਿੰਬੜ ਨਹੀਂ ਸਕਦੀ। ਸ਼ਬਦ ਰਾਹੀਂ ਇਸ ਦੇ ਭਾਵ ਨੂੰ ਖੋਲ੍ਹ ਕੇ ਸਮਝਾਉਂਦੇ ਉਚਾਰਿਆ, ਭੂਲਿਓ ਮਨ ਮਾਇਆ ਉਰਚਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤਹਿ ਆਪ ਬੰਧਾਇਓ ਰਹਾਓ। ਅਤੇ ਰਾਹ ਹੈ, ਮਨ ਰੇ ਸਾਚਾ ਗਹੋ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ, ਸਗਰੋ ਇਹ ਸੰਸਾਰਾ ਰਹਾਓ। ਅੱਜ ਅਸੀਂ ਇਤ ਜਿਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦੇ 125 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।